ਮਾਝੀ ਸਾਹਿਬ 2015 ਤੋਂ ਬਾਅਦ 2021 ਆ ਗਿਆ ਜੀ। ਤਕਰੀਬਨ 6 ਤੋਂ 7 ਸਾਲ ਹੋ ਚੁੱਕੇ ਨੇ। ਇਨਸਾਫ ਮੰਗ ਰਹੇ ਨੇ ਸਿੱਖ, ਪੂਰੀ ਦੁਨੀਆ ਦੇ ਸਿੱਖ, ਕਿ ਦੋਸ਼ੀ ਸਾਹਮਣੇ ਆਉਣ। ਪਰ ਕੀ ਲੱਗਦਾ ਤੁਹਾਨੂੰ, ਸਿੱਟਾਂ ਬਹੁਤ ਬਣੀਆਂ, ਕਮਿਸ਼ਨ ਬਹੁਤ ਬਣੇ, ਜਦੋਂ ਕਮਿਸ਼ਨ ਜਾਂ ਕੋਈ ਸਿੱਟ ਇੱਕ ਅੰਤ ਤੱਕ ਜਾਂਦੀ ਹੈ, ਜਦੋਂ ਰਿਪੋਰਟ ਜਨਤਕ ਕਰਨੀਆਂ ਕਿ ਹੁਣ ਖੁਲਾਸਾ ਹੋਊਗਾ ਕੌਣ ਦੋਸ਼ੀ ਨੇ, ਉਦੋਂ ਸਿੱਟਾਂ ਖਾਰਜ ਹੋ ਜਾਂਦੀਆਂ ਨੇ। ਇੱਕ मतलब ਭੁਲੇਖਾ ਪਾਲਣਾ ਆਪਣੇ ਮਨ ਦੇ ਵਿੱਚ, ਐਵੇਂ ਭੁਲੇਖਾ ਪਾਲਣ ਦੀ ਲੋੜ ਨਹੀਂ। ਇਨਸਾਫ ਅਨਸੂਫ ਦੀ ਹੁਣ ਕੋਈ ਉਮੀਦ ਹੈ ਜਿਹੜੀ ਉਹ ਨਹੀਂ ਰਹੀ। ਜੇ ਇੱਕ ਐਡਾ ਵੱਡਾ ਆਫੀਸਰ IG ਰੈਂਕ ਦਾ ਬੰਦਾ ਅਸਤੀਫਾ ਦੇ ਰਿਹਾ ਆਪਣੀ ਡਿਊਟੀ ਤੋਂ ਤੇ ਇਹ ਕਹਿ ਰਿਹਾ ਵੀ ਇੱਥੇ ਇਨਸਾਫ ਨਹੀਂ ਮਿਲਣਾ, ਤਾਂ ਜਿਹੜੇ ਨਾਰਮਲ ਬੰਦੇ ਨੇ ਉਹ ਕਿਵੇਂ ਇਨਸਾਫ ਦੀ ਜਿਹੜੀ ਉਮੀਦ ਰੱਖਣਗੇ? ਕਾਰਨ ਇਹ ਹੈ ਕਿ ਜਦੋਂ ਬਾਦਲਾਂ ਦੇ ਵਕਤ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਿਟੀ ਸੈਂਟਰ ਘੁਟਾਲਾ ਤੇ ਹੋਰ ਕਈ ਘੁਟਾਲਿਆਂ ਦਾ ਸਾਹਮਣਾ ਕਰ ਰਿਹਾ ਸੀ ਕੇਸਾਂ ਦਾ, ਤਾਂ ਉਸ ਵਕਤ ਅਤੁੱਲ ਨੰਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੜ ਰਿਹਾ ਸੀਗਾ, ਕੇਸ ਲੜ ਰਿਹਾ ਸੀ। ਤਾਂ ਮੈਨੂੰ ਤਾਂ ਹੁਣ ਇਹ ਮਹਿਸੂਸ ਹੁੰਦਾ ਵੀ ਕੇਸ ਨਹੀਂ ਸੀ ਲੜ ਰਿਹਾ ਇਹਨੇ ਬਾਦਲ ਤੇ ਕੈਪਟਨਾਂ ਦਾ ਉਦੋਂ ਅੰਦਰੋਂ ਅੰਦਰੀ ਜੱਫੀ ਪਵਾਤੀ ਸੀ, ਇਹਨੇ ਸਮਝੌਤਾ ਕਰਵਾਤਾ ਸੀਗਾ। ਹੁਣ ਜਿਹੜੇ ਇਹਨੇ ਕੰਮ ਕੀਤੇ ਅਤੁੱਲ ਨੰਦਾ ਨੇ, ਉੱਥੋਂ ਤਾਂ ਐਂ ਲੱਗਦਾ ਹੀ ਨਹੀਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਹ ਅਧੀਨ ਕੋਈ ਕੰਮ ਕਰ ਰਿਹਾ। ਐਂ ਲੱਗ ਰਿਹਾ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਨਹੀਂ, ਹੁਣ ਫੇਰ ਪ੍ਰਕਾਸ਼ ਸਿੰਘ ਬਾਦਲ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਇੱਥੋਂ ਤੱਕ ਕਹਿੰਦਾ ਕਿ ਦਿੱਲੀ ਤੋਂ ਜਿਹੜੀ ਫੌਜ ਆਉਂਦੀ ਸੀਗੀ ਵਕੀਲਾਂ ਦੀ, ਉਹ ਫੌਜ ਤਾਂ ਮਤਲਬ ਵੱਡੇ ਤਾਜ ਹੋਟਲਾਂ 'ਚ ਹੀ ਉਹਨਾਂ ਨੇ ਰਹਿਣਾ, ਨਖਰੇ ਕਰਨੇ। ਇੱਥੋਂ ਤੱਕ ਕਿ ਜੇ ਇਹਨਾਂ ਨੂੰ ਪਤਾ ਵੀ ਹੋਵੇ ਵੀ ਕੱਲ੍ਹ ਨੂੰ ਸਟ੍ਰਾਈਕ ਹੈ, ਸਟ੍ਰਾਈਕ ਦਾ ਦਿਨ ਦਾ ਪਤਾ ਸੀ, ਪਰ ਘੁੰਮਣ ਫਿਰਨ ਦੇ ਮਾਰੇ ਫਿਰ ਵੀ ਆ ਗਏ ਤੇ ਆ ਕੇ ਮਤਲਬ 55 ਲੱਖ ਰੁਪਏ ਦਾ ਖਰਚਾ ਉਸ ਦਿਨ ਇਹ ਕਰ ਗਏ। ਉਹ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੁਣ ਆਪ ਹੀ ਦੱਸਤਾ ਕਿ ਜਦੋਂ ਮੈਂ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਪੁੱਛਣਾ ਹੁੰਦਾ ਸੀਗਾ ਜਾਂ ਹੋਰ ਕਰਨਾ ਸੀ, ਇਹ ਤਾਂ ਡਿੱਕੇ ਡਾਉਂਦੇ ਰਹੇ ਨੇ, ਯਤਨ ਕਰਦੇ ਰਹੇ ਵੀ ਤੁਸੀਂ ਨਾ ਜਾਓ ਨਾ ਜਾਓ ਨਾ ਜਾਓ। ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਵੀ ਕਹਿੰਦਾ ਵੀ ਮੈਂ CM ਸਾਹਿਬ ਦੇ ਵੀ ਧਿਆਨ 'ਚ ਲਿਆਤਾ ਹੈ। ਉਹਨੇ ਵੀ ਕਿਹਾ ਵੀ ਤੂੰ ਸਰਕਾਰ ਵੱਲੋਂ ਵੀ ਜਦੋਂ ਉਹਨੂੰ ਅਤੁੱਲ ਨੰਦੇ ਨੂੰ ਕਿਹਾ ਗਿਆ ਵੀ ਤੂੰ ਆਪ ਉੱਥੇ ਪੇਸ਼ ਹੋਇਆ ਕਰ, ਇਹਦੇ ਬਾਵਜੂਦ ਵੀ ਪੇਸ਼ ਨਹੀਂ ਹੋਇਆ। ਆਖਰ ਅਤੁੱਲ ਨੰਦਾ ਹੈ ਕੀ ਹੈ? ਕੀ ਉਹ ਮਤਲਬ ਇਹਨਾਂ ਦਾ ਸਾਰਿਆਂ ਦਾ ਮਾਲਕ ਹੈ, ਜਾਂ ਉਹਨਾਂ ਕੋਲੇ ਕਿਹੜੇ ਇਹਨਾਂ ਦੇ ਸੀਕ੍ਰੇਟ, ਇਹਨਾਂ ਦੇ ਵੀਕ ਪੁਆਇੰਟ ਹੈਗੇ ਨੇ ਜਿਹੜੇ ਉਹਦੇ ਸਾਹਮਣੇ ਅੱਖ ਚੱਕ ਕੇ ਨਹੀਂ ਵੇਖਦੇ? ਸ਼ਹੀਦ ਸਿੰਘ ਦਾ ਬੇਟਾ ਹੈਗਾ ਸੁਖਰਾਜ ਸਿੰਘ, ਉਹ ਕਹਿੰਦਾ ਵੀ ਮਤਲਬ ਹੁਣ ਮੈਨੂੰ ਐਂ ਲੱਗਦਾ ਵੀ ਮੈਂ ਜਿਹੜੇ ਮੇਰੇ ਪਿਓਾਂ ਦੇ ਕਾਤਲ ਨੇ, ਜਿਹੜੇ ਮੇਰੇ ਸਾਹਮਣੇ ਉੱਥੇ ਆਉਂਦੇ ਰਹੇ ਕੋਰਟਾਂ 'ਚ, ਵੀ ਮੈਂ ਉਹਨੂੰ ਆਪ ਹੀ ਕਿਉਂ ਨਾ ਮਾਰਤਾ। ਤੁਸੀਂ ਇਹਦਾ ਮਤਲਬ ਜਿਹੜੀ ਨੌਜਵਾਨੀ ਆ ਉਹਨੂੰ ਇਹ ਰਾਹ ਤੋਰਨਾ ਚਾਹੁੰਦੇ ਹੋ ਨਾ। ਜੇ ਤੁਸੀਂ ਇਨਸਾਫ ਦੇਣਾ ਹੀ ਨਹੀਂ, ਇਸ ਤਰ੍ਹਾਂ ਡਰਾਮੇ ਕਰਨੇ ਨੇ, ਐਂਡ ਫਿਰ ਕੀ ਹੋਊਗਾ? ਫਿਰ ਨੌਜਵਾਨ ਕਰਨਗੇ ਕੀ? ਤੇ ਹਥਿਆਰ ਚੁਕਾਉਣਾ ਚਾਹੁੰਦੇ ਹੋ ਤੁਸੀਂ ਦੁਬਾਰਾ ਸਾਨੂੰ ਹਥਿਆਰ ਚੁਕਾ ਕੇ ਫਿਰ ਦੁਬਾਰਾ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਆਹ ਜਿਹੜੇ ਨੌਜਵਾਨ ਪਿਛਲੇ ਲੰਮੇ ਸਮਿਆਂ 'ਚ ਕਈ ਸਾਲ ਬਰਾਤਾਂ ਨਹੀਂ ਚੜੀਆਂ, ਮਾਝੇ ਇਲਾਕੇ 'ਚ ਐਡਾ ਕਤਲੇਆਮ ਹੋਇਆ ਬੇਅੰਤੇ ਬੁੱਚੜ ਦੇ ਵਕਤ, ਉਹ ਦੁਬਾਰਾ ਮਾਹੌਲ ਸਿਰਜਣਾ ਚਾਹੁੰਦੇ ਹੋ ਤੁਸੀਂ? ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਮਾਣਹਾਨੀ ਦਾ ਕੇਸ ਕਰਾਂਗੇ ਅਸੀਂ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੇ ਬਦਨਾਮ ਕਰਿਆ ਬਾਦਲ ਪਰਿਵਾਰ ਨੂੰ। ਕਿਵੇਂ ਦੇਖਦੇ ਹੋ? ਬਾਦਲ ਪਰਿਵਾਰ ਦੇ ਪਹਿਲਾਂ ਕਿਹੜਾ ਝੰਡੇ ਝੂਲਦੇ ਆ? ਜੇ ਇਹਨੂੰ ਪੁੱਛੇ ਸੁਖਬੀਰ ਨੂੰ, ਮਾਣਹਾਨੀ ਦਾ ਕੇਸ ਤਾਂ ਹੀ ਕਰੋਗੇ ਜੇ ਕੋਈ ਮਾਣ ਹੋਊਗਾ ਤੁਹਾਨੂੰ। ਔਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਵਿਚਰ ਰਿਹਾ, ਮੈਨੂੰ ਤਾਂ ਐਂ ਲੱਗਣ ਲੱਗ ਜਾਂਦਾ ਹੁੰਦਾ ਸੀ ਕਈ ਵਾਰੀ ਜਿਵੇਂ ਇਹ ਕੰਮ ਕਰਦੇ ਨੇ, ਇਹ ਕੈਪਟਨ ਨੇ ਕਿਤੇ ਇਹ ਬਾਦਲ ਕਿਆਂ ਵੱਲੋਂ ਚੋਣ ਤਾਂ ਨਹੀਂ ਲੜਨੀ, ਜਿਵੇਂ ਉਹਨਾਂ ਨੂੰ ਇੰਨਾ ਮੌਕਾ ਦੇ ਰਿਹਾ ਵੀ ਤੁਸੀਂ ਵਧੋ ਫੁੱਲੋ, ਹੋਰ ਸਾਰਾ ਸਿਸਟਮ ਚਲਾਓ। ਕਾਨੂੰਨ ਜਿਹੜਾ ਹੈਗਾ ਇੱਕ ਅਜਿਹਾ ਜਾਲਾ ਹੈ ਜਿਹੜਾ ਮੱਕੜੀ ਨੂੰ ਤਾਂ ਫਸਾਉਂਦਾ ਜਾਲ 'ਚ, ਮੱਛਰ ਤਾਂ ਫਸਦੇ ਨੇ 'ਚ, ਤੇ ਹਾਥੀ ਜਿਹੜਾ ਉਹ ਤੋੜ ਕੇ ਲੰਘ ਜਾਂਦਾ। ਹਾਥੀ ਦੇ ਉੱਤੇ ਜਾਲੇ ਦਾ ਕੋਈ ਅਸਰ ਨਹੀਂ। ਸੋ ਸਾਡੇ ਆਮ ਲੋਕ ਜਿਹੜੇ ਨੇ ਉਹ ਤਾਂ ਵਿਚਾਰੇ ਮੱਛਰ ਦੀ ਤਰ੍ਹਾਂ, ਮੱਕੜੀ ਦੀ ਤਰ੍ਹਾਂ, ਤੇ ਇਹ ਹਾਥੀ ਨੇ ਬਾਦਲ ਕੇ। ਸੁਮੇਧ ਸੈਣੀ ਐਡਾ ਵੱਡਾ ਹਾਥੀ ਹੈ ਜਿਹੜਾ ਕਾਨੂੰਨਾਂ ਨੂੰ ਤੋੜ ਕੇ ਲੰਘ ਜਾਂਦੇ ਆ। ਉਮਰਾ ਨੰਗਲ ਵਰਗੇ ਸਾਰੇ, ਮਨਤਾਰ ਬਰਾੜ ਹੋਰੀ, ਸੁਖਬੀਰ ਹੋਰੀ, ਇਹਨਾਂ ਦੇ ਲਈ ਨਹੀਂ। ਔਰ ਇਹ ਚਾਹੁੰਦੇ ਸੀਗੇ ਕਿ ਛੋਟੇ ਛੋਟੇ ਮੱਛਰਾਂ ਨੂੰ ਫਸਾ ਦਈਏ, ਜਿਹੜੇ ਮਤਲਬ ਹੇਠਲੇ ਪੱਧਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਫਸਾ ਦਈਏ, ਫਿਰ ਤਾਂ ਠੀਕ ਹੈ। ਫਿਰ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਕਹਿੰਦੇ ਵੀ ਤੈਨੂੰ ਸਪੋਰਟ ਵੀ ਕਰ ਦਾਂਗੇ, ਨਾਲ ਲੱਗਾਂਗੇ ਤੇਰੇ, ਜਿਹੜੇ ਉਹਨਾਂ ਦੇ ਸਿੱਟ ਵਾਲੇ ਵੀ ਸੀ ਉਹ ਵੀ ਹੋਰ ਵੀ। ਪਰ ਉਹਨੇ ਵੱਡੇ ਹਾਥੀਆਂ ਨਾਲ ਮੱਥਾ ਲਾ ਲਿਆ ਵੀ ਨਹੀਂ ਯਾਰ, ਕਾਨੂੰਨ ਤੁਹਾਡੇ ਵੀ ਗਲ 'ਚ ਪਾਊਗਾ ਫੰਦਾ। ਤਾਂ ਇਸ ਲਈ ਉਹ ਦੇਖ ਲਓ ਇਹ ਹਸਰ ਹੋਇਆ ਵੀ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। 2015 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵੱਡੀ ਘਟਨਾ ਹੋਈ, ਜਿਸ ਤੇ ਦੁਨੀਆ 'ਚ ਵੱਸਦੇ, ਦੇਸ਼ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਨੂੰ ਵੱਡਾ ਇੱਕ ਦੁੱਖ ਲੱਗਿਆ। ਇਨਸਾਫ ਮੰਗਣ ਲਈ ਬਹੁਤ ਸਿੱਟਾਂ ਬਣੀਆਂ। ਤੁਸੀਂ ਹੁਣ ਵੀ ਦੇਖ ਰਹੇ ਹੋ ਕਿ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਬਣੀ, ਜੋ ਪੂਰਾ ਅੰਤ ਤੱਕ ਪਹੁੰਚ ਹੀ ਚੁੱਕੀ ਸੀ
ਕਿ ਅਚਾਨਕ ਵੱਡੀ ਦੁਖਦਾਈ ਘਟਨਾ ਸਾਹਮਣੇ ਇਹ ਆਈ ਕਿ ਉਹ ਸਿੱਟ ਨੂੰ ਹਾਈ ਕੋਰਟ ਵੱਲੋਂ ਖਾਰਜ ਕੀਤਾ ਗਿਆ। ਖਾਰਜ ਹੋਣ ਤੋਂ ਬਾਅਦ ਸਿੱਖਾਂ ਦੇ ਮਨਾਂ ਵਿੱਚ ਫੇਰ ਗੁੱਸਾ ਆਇਆ ਕਿ ਕਿਉਂ ਨਹੀਂ ਇਨਸਾਫ ਮਿਲ ਰਿਹਾ। ਤੁਹਾਨੂੰ ਜਾਣਕਾਰੀ ਦੇ ਦਈਏ ਕਿ 2015 ਤੋਂ ਬਾਅਦ ਇਨਸਾਫ ਲਈ ਵੱਖੋ ਵੱਖਰੀਆਂ ਸਿੱਟਾਂ ਬਣਾਈਆਂ ਗਈਆਂ, ਵੱਖੋ ਵੱਖਰੇ ਕਮਿਸ਼ਨ ਬਣਾਏ ਗਏ। ਕਿਸੇ ਵੀ ਕਮਿਸ਼ਨ ਤੇ ਕੋਈ ਕਾਰਵਾਈ ਨਹੀਂ ਹੋਈ, ਕਿਸੇ ਸਿੱਟ ਤੇ ਕੋਈ ਕਾਰਵਾਈ ਨਹੀਂ ਹੋਈ। ਜਦੋਂ ਸਿੱਖਾਂ ਨੂੰ ਲੱਗਦਾ ਸੀ, ਪੂਰੀ ਦੁਨੀਆ ਨੂੰ ਲੱਗਦਾ ਸੀ ਕਿ ਇਨਸਾਫ ਹੋਵੇਗਾ, ਕੌਣ ਦੋਸ਼ੀ ਨੇ ਉਹ ਅੱਗੇ ਆਉਣਗੇ, ਸਾਹਮਣੇ ਆਉਣਗੇ, ਪਰ ਉਹ ਸਿੱਟ ਖਾਰਜ ਕਰ ਦਿੱਤੀ ਗਈ, ਜਿਸ ਨਾਲ ਕਿ ਪੂਰੇ ਦੇਸ਼ ਵਿਦੇਸ਼ 'ਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਅਤੇ ਗੁੱਸਾ ਹੋ ਰਿਹਾ ਸਰਕਾਰਾਂ ਪ੍ਰਤੀ, ਗੁੱਸਾ ਕਿ ਕਿਉਂ ਐਵੇਂ ਦਾ ਹੋ ਰਿਹਾ, ਜੋ ਦੋਸ਼ੀ ਨੇ ਉਹ ਸਾਹਮਣੇ ਕਿਉਂ ਨਹੀਂ ਆ ਰਹੇ। ਸੋ ਸਾਡੇ ਨਾਲ ਭਾਈ ਹਰਜਿੰਦਰ ਸਿੰਘ ਮਾਝੀ ਮੌਜੂਦ ਨੇ। ਅੱਜ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਸਾਡੇ ਨਾਲ ਨੇ, ਕਰਾਂਗੇ ਗੱਲਬਾਤ। ਮਾਝੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਸਾਹਿਬ, 2015 ਤੋਂ ਬਾਅਦ 2021 ਆ ਗਿਆ ਜੀ, ਤਕਰੀਬਨ 6 ਤੋਂ 7 ਸਾਲ ਹੋ ਚੁੱਕੇ ਨੇ। ਇਨਸਾਫ ਮੰਗ ਰਹੇ ਨੇ ਸਿੱਖ, ਪੂਰੀ ਦੁਨੀਆ ਦੇ ਸਿੱਖ, ਕਿ ਦੋਸ਼ੀ ਸਾਹਮਣੇ ਆਉਣ। ਪਰ ਕੀ ਲੱਗਦਾ ਤੁਹਾਨੂੰ, ਸਿੱਟਾਂ ਬਹੁਤ ਬਣੀਆਂ, ਕਮਿਸ਼ਨ ਬਹੁਤ ਬਣੇ, ਜਦੋਂ ਕਮਿਸ਼ਨ ਜਾਂ ਕੋਈ ਸਿੱਟ ਇੱਕ ਅੰਤ ਤੱਕ ਜਾਂਦੀ ਹੈ, ਜਦੋਂ ਰਿਪੋਰਟ ਜਨਤਕ ਕਰਨੀਆਂ ਕਿ ਹੁਣ ਖੁਲਾਸਾ ਹੋਊਗਾ ਕੌਣ ਦੋਸ਼ੀ ਨੇ, ਉਦੋਂ ਸਿੱਟਾਂ ਖਾਰਜ ਹੋ ਜਾਂਦੀਆਂ ਨੇ। ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਇਹ ਤਾਂ ਮਤਲਬ ਬਹੁਤ ਦੁਖਦਾਇਕ ਘਟਨਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਇਸ ਤਰੀਕੇ ਦੇ ਨਾਲ ਸਿੱਖਾਂ ਨਾਲ, ਵੈਸੇ ਜਿਹੜੀਆਂ ਭਾਰਤ ਦੇ ਵਿੱਚ ਬੇਇਨਸਾਫੀਆਂ ਨੇ, ਇਹ ਤਾਂ ਬਹੁਤ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਨੇ। ਜਦੋਂ ਆਜ਼ਾਦੀ ਤੋਂ 56 ਦਿਨਾਂ ਬਾਅਦ ਹੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਗਿਆ ਸੀ, ਮਤਲਬ ਜ਼ੁਲਮ ਕਰਨ ਵਾਲੇ ਲੋਕ। ਸੋ ਇਹ ਵੱਡੀ ਗੱਲ ਇਹ ਹੋਈ ਆ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਇਕੱਲੇ ਸਿੱਖਾਂ ਦਾ ਨਹੀਂ, ਪੂਰੀ ਮਾਨਵਤਾ ਦਾ ਹੈ। ਹਿੰਦੂ ਤੇ ਮੁਸਲਮਾਨ, ਬਾਕੀ ਕੌਮਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੀਆਂ ਨੇ ਤੇ ਗੁਰਬਾਣੀ ਪੜ੍ਹਦੀਆਂ ਨੇ। ਤਾਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਜਿਵੇਂ ਇਨਸਾਫ ਦੀ ਥਾਂ ਤੇ, ਜਿਵੇਂ ਆਪ ਜੀ ਨੇ, ਅਮਨ ਜੀ, ਜ਼ਿਕਰ ਕੀਤਾ, ਇਨਸਾਫ ਟੀਮਾਂ ਤੇ ਕਮਿਸ਼ਨ ਹੀ ਮਿਲੇ ਅਜੇ ਤੱਕ, ਤਾਂ ਜਿਹੜਾ ਹੁਣ ਇਹ ਤਾਜ਼ੀ ਘਟਨਾ ਵਾਪਰ ਗਈ, ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ, ਉਸ ਸਿੱਟ ਤੋਂ ਜਿਹੜੀ ਪੂਰੀ ਉਮੀਦ ਸੀਗੀ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ, ਹਾਈ ਕੋਰਟ ਨੇ ਯਕਦਮ ਉਸ ਰਿਪੋਰਟ ਨੂੰ ਰੱਦ ਕਰਕੇ, ਸਿੱਟ ਨੂੰ ਵੀ ਰੱਦ ਕਰਕੇ, ਫਿਰ ਇੱਥੋਂ ਤੱਕ ਕਹਿ ਕੇ ਵੀ ਜਿਹੜੇ ਆਫੀਸਰ ਦੇ ਉੱਤੇ ਲੋਕਾਂ ਨੂੰ ਭਰੋਸਾ ਸੀਗਾ, ਉਸੇ ਆਫੀਸਰ ਵਾਲੇ ਇਹ ਵੀ ਕਹਿਤਾ ਕਿ ਜੇ ਭਵਿੱਖ ਵਿੱਚ ਕੋਈ ਸਿੱਟ ਬਣੂਗੀ ਜਿਹੜੀ, ਉਹਦਾ ਵੀ ਜਿਹੜਾ ਹੈਗਾ ਉਡੀਕਣਾ, ਇੱਕ ਮਤਲਬ ਭੁਲੇਖਾ ਪਾਲਣਾ ਆਪਣੇ ਮਨ ਦੇ ਵਿੱਚ। ਐਵੇਂ ਭੁਲੇਖਾ ਪਾਲਣ ਦੀ ਲੋੜ ਨਹੀਂ, ਇਨਸਾਫ ਅਨਸੂਫ ਦੀ ਹੁਣ ਕੋਈ ਉਮੀਦ ਹੈ ਜਿਹੜੀ ਉਹ ਨਹੀਂ ਰਹੀ ਜੀ। ਨਹੀਂ, ਤੁਹਾਨੂੰ ਕਿਵੇਂ ਲੱਗਦਾ, ਜਿਵੇਂ ਹੁਣ ਹਾਈ ਕੋਰਟ ਵੱਲੋਂ ਖਾਰਜ ਹੋਈ ਹੈ ਇਹ ਵੀ ਸਿੱਟ, ਕਿਵੇਂ ਲੱਗਦਾ ਉਹ 'ਚ ਕੀ ਕਮਜ਼ੋਰ ਕੜੀ ਸੀ ਵੀ ਉਹਨਾਂ ਨੂੰ ਖਾਰਜ ਕਰਨ ਦੀ ਲੋੜ ਪਈ? ਦੇਖੋ, ਜਿਹੜੀ ਕਮਜ਼ੋਰ ਕੜੀ, ਜਿੱਥੋਂ ਤੱਕ ਹੁਣ ਸਮਝ ਆ ਰਹੀ ਹੈ ਗੱਲ, ਆਪਾਂ ਜਿਹੜੀ ਉਹ ਰਿਪੋਰਟ ਹੈ ਸਿੱਟ ਦੀ, ਉਹਦੇ ਵਿੱਚੋਂ ਕੁਝ ਨੁਕਤੇ ਸਮਝਦੇ ਹਾਂ, ਜਾਂ ਆਪਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਵਿਚਾਰਾਂ ਵਿੱਚੋਂ ਜੋ ਗੱਲ ਸਾਹਮਣੇ ਆਉਂਦੀ ਹੈ ਕਿ ਹਾਈ ਕੋਰਟ ਦਾ ਜਿਹੜਾ ਇਸ ਤਰ੍ਹਾਂ ਦਾ ਫੈਸਲਾ ਆਇਆ, ਇਹਦੇ ਵਿੱਚ ਜਿਹੜੀ ਮਤਲਬ ਸਰਕਾਰੀ ਧਿਰ ਵੱਲੋਂ ਜਿਹੜੀ ਵਕੀਲਾਂ ਦੀ ਫੌਜ ਸੀਗੀ, ਉਹਨਾਂ ਦੀ ਬਹੁਤ ਵੱਡੀ ਨਲਾਇਕੀ ਸਾਹਮਣੇ ਆਈ ਹੈ। ਜਿਹੜੇ ਐਡਵੋਕੇਟ ਜਨਰਲ ਨੇ ਅਤੁਲ ਨੰਦਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸੈਂਕੜੇ ਵਕੀਲ ਕੰਮ ਕਰਦੇ ਹੈ ਪੰਜਾਬ ਸਰਕਾਰ ਦੇ ਲਈ, ਤੇ ਬੜੀ ਹੈਰਾਨਗੀ ਦੀ ਗੱਲ ਇਹ ਵੀ ਹੈ ਕਿ ਜਿਹੜੀ ਲੀਗਲ ਟੀਮ ਬਣਦੀ ਹੈ, ਮੈਨੂੰ ਨਹੀਂ ਪਤਾ ਵੀ ਕਿਹੜੇ ਵਿਧੀ ਵਿਧਾਨ ਦੇ ਨਾਲ ਇਹ ਬਣਦੀ ਹੈ, ਇਹ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਅਤੁਲ ਨੰਦਾ ਨੂੰ ਜਦੋਂ ਐਡਵੋਕੇਟ ਜਨਰਲ ਬਣਾਇਆ ਗਿਆ, ਉਹਨੇ ਆਪਣੀ ਟੀਮ ਜਿਹੜੀ ਬਣਾਈ, ਉਹਦੇ ਵਿੱਚ ਉਹਨੇ ਇੱਕ ਆਪਣੀ ਪਤਨੀ ਨੂੰ ਵੀ ਸ਼ਾਮਲ ਕਰ ਲਿਆ। ਮਤਲਬ ਠੀਕ ਹੈ, ਉਹ ਵੀ ਮਤਲਬ ਯੋਗ ਹੋ ਸਕਦੇ ਨੇ, ਪਰ ਇੱਕ ਪਤੀ ਆਪਣੀ ਪਤਨੀ ਨੂੰ ਆਪਣੀ ਟੀਮ ਦੇ ਵਿੱਚ ਹੀ ਸ਼ਾਮਲ ਕਰਕੇ, ਇਸ ਤਰ੍ਹਾਂ ਮਤਲਬ ਬਈ ਇਸ ਤਰੀਕੇ ਨਾਲ ਇਹ ਸਾਰਾ ਨਿੱਜੀਕਰਨ ਹੋ ਗਿਆ ਇੱਕ ਤਰ੍ਹਾਂ ਦਾ, ਜਿਹੜੀ ਲੀਗਲ ਟੀਮ ਬਣੀ ਉਹਦਾ ਵੀ। ਤਾਂ ਉਸ ਤੋਂ ਬਾਅਦ ਕੀ ਹੋਇਆ, ਜਿਹੜੀ ਮਤਲਬ ਮੈਂ ਤੁਹਾਨੂੰ ਬੇਅਦਬੀ ਦੇ ਘਟਨਾਕ੍ਰਮ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਅਤੁਲ ਨੰਦਾ ਹੋਰਾਂ ਨੇ ਜਿੰਨੇ ਪਹਿਲਾਂ ਵੀ ਕੇਸ ਲੜੇ ਨੇ ਪੰਜਾਬ ਸਰਕਾਰ ਵੱਲੋਂ, ਇਹ ਬੁਰੀ ਤਰ੍ਹਾਂ ਫੇਲ ਹੋਇਆ। ਮੈਂ ਸਿਰਫ 3-4 ਉਦਾਹਰਨਾਂ ਤੁਹਾਨੂੰ ਦੇ ਦੇਣਾ। ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦਾ ਸਵਾਲ ਸੀਗਾ, ਜਿਹੜਾ ਸੁਰੇਸ਼ ਸ਼ਰਮਾ ਜਿਹੜਾ ਚੀਫ ਪ੍ਰਿੰਸੀਪਲ ਸੈਕਟਰੀ ਲਾਇਆ ਗਿਆ, ਉਹਦੀ ਨਿਯੁਕਤੀ ਨੂੰ ਜਦੋਂ ਚੁਣੌਤੀ ਦਿੱਤੀ ਗਈ, ਉਸ ਨਿਯੁਕਤੀ ਦੇ ਲਈ ਉਹਦੀ ਨਿਯੁਕਤੀ ਨੂੰ ਮਤਲਬ ਚੈਲੰਜ ਕੀਤਾ ਗਿਆ, ਤਾਂ ਅਤੁਲ ਨੰਦਾ ਨੇ ਜਿਹੜਾ ਕੇਸ ਲੜਿਆ ਉਹਦੇ ਵਿੱਚ ਇਹ ਬੁਰੀ ਤਰ੍ਹਾਂ ਹਾਰ ਗਿਆ। ਇਹੀ ਕਾਰਨ ਸੀਗਾ ਕਿ ਫਿਰ ਇਹਨਾਂ ਨੇ ਪੀ ਚਿਦੰਬਰਮ ਨੂੰ ਸੱਦਿਆ, ਉਹਨੇ ਦੁਬਾਰਾ ਕੇਸ ਜਿਹੜਾ ਸੀਗਾ ਲੜਿਆ ਜੀ। ਪਹਿਲਾ ਕੇਸ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਸੀ, ਉਹਨਾਂ ਦੀ ਮੁੱਛ ਦਾ ਸਵਾਲ ਕਹਿ ਲਓ, ਉਹਨਾਂ ਦੀ ਇੱਜ਼ਤ ਦਾ, ਉਹ ਵੀ ਅਤੁਲ ਨੰਦਾ ਨੇ ਹਾਰਿਆ। ਉਹ ਤੋਂ ਇਲਾਵਾ
ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪਾਲਿਸੀ ਬਣਾਈ, ਜਿਹੜੀ ਇਹ ਸਰਕਾਰ ਨੇ ਟਰਾਂਸਪੋਰਟ ਪਾਲਿਸੀ, ਕਿਉਂਕਿ ਇਹਨੇ ਆਪਣੇ ਚੋਣਾਂ ਦੇ ਮੌਕੇ ਵਾਅਦਾ ਕੀਤਾ ਸੀਗਾ ਕਿ ਜਿਹੜੇ ਅਸੀਂ ਸਰਕਾਰੀ ਬੱਸਾਂ ਦੇ ਵਿੱਚ ਸੁਧਾਰ ਕਰਨਾ ਹੈ। ਇਸ ਤਰ੍ਹਾਂ ਦੀ ਪਾਲਿਸੀ ਬਣਾਈ ਕਿ ਜਿਹੜੇ ਪ੍ਰਾਈਮ ਟਾਈਮ ਨੇ, ਮੇਨ ਟਾਈਮ ਨੇ ਬੱਸਾਂ ਦੇ, ਉਹ ਜਿਹੜੇ ਸੀ ਸਰਕਾਰੀ ਬੱਸਾਂ ਨੂੰ ਦਿੱਤੇ ਜਾਣ। ਜਿਹੜਾ ਟਰਾਂਸਪੋਰਟ ਮਾਫੀਆ ਹੈ, ਇਸੇ ਤਰ੍ਹਾਂ ਰੇਤੇ ਮਾਫੀਆ ਦੀ ਵੀ ਗੱਲ ਸੀ, ਹਾਲਾਂਕਿ ਕੇਵਲ ਮਾਫੀਆ ਦੀ ਗੱਲ ਸੀ, ਜਿਹੜਾ ਟਰਾਂਸਪੋਰਟ ਮਾਫੀਆ ਹੈ ਉਹਨੂੰ ਨੱਥ ਪਾਈ ਜਾਵੇ। ਆਪਾਂ ਸਾਰੇ ਜਾਣਦੇ ਹਾਂ, ਬੱਚਾ ਜਾਣਦਾ ਹੈ ਕਿ ਟਰਾਂਸਪੋਰਟ ਮਾਫੀਆ ਕਿਹਨਾਂ ਦਾ, ਕਿਵੇਂ ਔਰਬਿਟਾਂ ਬਿਨਾਂ ਜਿਹੜੇ ਲਾਇਸੈਂਸਾਂ ਤੋਂ ਵੀ, ਬਿਨਾਂ ਰੂਟਾਂ ਤੋਂ ਵੀ ਇੱਥੇ ਤੁਰੀਆਂ ਫਿਰਦੀਆਂ ਨੇ। ਤਾਂ ਉਹ ਜਿਹੜਾ ਕੇਸ ਸੀਗਾ, ਉੱਥੇ ਇਹ ਅਤੁੱਲ ਨੰਦਾ ਜਿਹੜੇ ਨੇ ਪੇਸ਼ ਹੀ ਨਹੀਂ ਹੋਏ। ਉਹ ਐਕਸ ਪਾਰਟੀ ਕੇਸ ਬਣ ਗਿਆ। ਐਕਸ ਪਾਰਟੀ ਕੇਸ ਮਤਲਬ ਇਹ ਹੁੰਦਾ ਕਿ ਇੱਕ ਧਿਰ ਪੇਸ਼ ਹੀ ਨਹੀਂ ਹੁੰਦੀ। ਤਾਂ ਉਹ ਜਿਹੜੇ ਸੀਗੇ, ਉੱਥੋਂ ਵੀ ਇਹਨੇ ਕੇਸ ਬੁਰੀ ਤਰ੍ਹਾਂ ਜਿਹੜਾ ਹਰਾਤਾ। ਤੇ ਤੀਜੀ ਜਿਹੜੀ ਵੱਡੀ ਗੱਲ ਹੋਈ, ਉਹਦੇ ਵਿੱਚ ਵੀ ਇਹਨਾਂ ਨੇ ਉਸ ਜਿਹੜਾ ਹੁਣ ਪਿੱਛੇ ਜੇ ਤੁਸੀਂ ਦੂਰ ਨਾ ਜਾਓ, ਲੋਕਡਾਊਨ ਦੇ ਦੌਰਾਨ ਵੇਖ ਲਓ, ਕੈਪਟਨ ਅਮਰਿੰਦਰ ਸਿੰਘ ਨੇ ਤੇ ਵਿਜੇ ਇੰਦਰ ਸਿੰਗਲਾ ਜਿਹੜੇ ਸਿੱਖਿਆ ਮੰਤਰੀ ਨੇ, ਇਹਨਾਂ ਦੇ ਵਾਰ-ਵਾਰ ਬਿਆਨ ਛਪੇ ਅਖਬਾਰਾਂ ਦੇ ਵਿੱਚ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਬੱਚਿਆਂ ਦੇ ਮਾਂ-ਬਾਪ ਫੀਸਾਂ ਨਾ ਭਰਨ ਸਕੂਲਾਂ ਦੇ ਵਿੱਚ, ਕਿਉਂਕਿ ਲੋਕਡਾਊਨ ਚੱਲ ਰਿਹਾ। ਲੋਕਡਾਊਨ ਦੇ ਦੌਰਾਨ ਜਿਹੜਾ ਹੈਗਾ ਤਾਂ ਤੁਸੀਂ ਫੀਸਾਂ ਨਹੀਂ ਭਰਨੀਆਂ। ਲੋਕਾਂ ਨੇ ਮੰਨ ਲਿਆ ਜਦੋਂ ਮੁੱਖ ਮੰਤਰੀ ਕਹਿ ਰਿਹਾ, ਤਾਂ ਸਕੂਲਾਂ ਨੇ ਜਿਹੜਾ ਕੇਸ ਕੀਤਾ, ਉਸ ਕੇਸ ਦੇ ਵਿੱਚ ਵੀ ਸਰਕਾਰ ਹਾਰ ਗਈ। ਅਤੁੱਲ ਨੰਦਾ, ਇਹਨਾਂ ਦੀ ਸਾਰੀ ਟੀਮ ਬੁਰੀ ਤਰ੍ਹਾਂ ਹਾਰ ਗਈ। ਬਲਕਿ ਉਹਨਾਂ ਬਿਆਨਾਂ ਨੂੰ ਭਰ ਕੇ ਜਿਨ੍ਹਾਂ ਨੇ ਭਰੋਸਾ ਕਰ ਲਿਆ ਅਮਰਿੰਦਰ ਸਿੰਘ ਤੇ, ਉਹ ਹੋਰ ਔਖੇ ਹੋ ਗਏ, ਕਿਉਂਕਿ ਕਿੱਥੇ ਤਾਂ ਮਹੀਨਾ, 2 ਮਹੀਨੇ, 3 ਮਹੀਨੇ ਦੀ ਫੀਸ ਇਕੱਠੀ ਭਰਨੀ ਸੀਗੀ। ਉਹ ਲੋਕਾਂ ਨੇ ਉਸ ਤਰ੍ਹਾਂ ਦਾ ਸਿਸਟਮ ਬਣਾਇਆ ਹੁੰਦਾ, ਆਪਣਾ ਐਡਜਸਟਮੈਂਟ ਕਰੀ ਹੁੰਦੀ ਹੈ, ਪਰ ਉਹ ਆਖਰ ਤੇ ਜਾ ਕੇ ਸਾਰੇ ਸਾਲ ਦੀਆਂ ਫੀਸਾਂ ਭਰਨੀਆਂ ਪਈਆਂ। ਇਸ ਤਰੀਕੇ ਨਾਲ ਇਹਨੇ ਹੋਰ ਜਿਹੜਾ ਕੇਸ ਹਰਾਤਾ। ਤੇ ਚੌਥੀ ਮੈਂ ਗੱਲ ਇਹ ਕਹਿਣਾ, ਜਿਹੜਾ ਕੋਲੇ ਦਾ ਮਸਲਾ ਸੀਗਾ, ਜਿਹੜੇ ਨਿੱਜੀ ਥਰਮਲ ਪਲਾਂਟਾਂ ਤੋਂ ਅਸੀਂ ਇਹ ਸਮਝੌਤਾ ਜਿਹੜਾ ਬਾਦਲ ਕਰ ਗਏ ਸੀਗੇ, ਅਮਰਿੰਦਰ ਹੋਰੀ ਕਹਿੰਦੇ ਸੀ, ਮਨਪ੍ਰੀਤ ਬਾਦਲ ਦਾ ਵੀ ਬਿਆਨ ਆਉਂਦਾ ਸੀ ਕਿ ਅਸੀਂ ਉਹ ਰੱਦ ਕਰਾਂਗੇ, ਅਸੀਂ ਉਹ ਰੱਦ ਕਰਕੇ ਨਵੇਂ ਸਿਰਿਓਂ ਚੱਲੂ। ਤਾਂ ਉਹ ਜਿਹੜਾ ਕੇਸ ਸੀਗਾ, ਉਹ ਵੀ ਇਹਨੇ ਹਰਾਤਾ ਅਤੁੱਲ ਨੰਦੇ ਹੋਰਾਂ ਨੇ, ਜਿਹਦੀ ਬਦੌਲਤ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਨੂੰ ਨੁਕਸਾਨ ਹੋਇਆ। ਇਹ ਤੋਂ ਇਲਾਵਾ ਇਹ ਤਾਂ ਬੜੀ ਲੰਮੀ ਲਿਸਟ ਹੈ। ਮੈਂ ਕਹਿੰਦਾ ਵੀ ਫਰੀਦਕੋਟ ਰੈਲੀ ਸੀਗੀ ਅਕਾਲੀਆਂ ਦੀ, ਉਹ ਬਾਦਲ ਕਿਆਂ ਦੀ, ਉੱਥੇ ਉਹਦੇ ਤੇ ਰੋਕ ਲਾਉਣ ਵਾਸਤੇ ਜਿਹੜਾ ਸੀਗਾ ਯਤਨ ਕੀਤਾ ਗਿਆ ਸਰਕਾਰ ਵੱਲੋਂ, ਤਾਂ ਉੱਥੇ ਵੀ ਅਤੁੱਲ ਨੰਦਾ ਵਕਸਰ ਨਹੀਂ ਪਹੁੰਚੇ, ਬਹੁਤ ਲੇਟ ਇਹ ਪਤੀ ਪਤਨੀ ਪਹੁੰਚੇ, ਉਹ ਵੀ ਐਕਸ ਪਾਰਟੀ ਕੇਸ ਬਣ ਗਿਆ। ਮਤਲਬ ਇਹਨੇ ਜੀ ਇੱਕ ਵੀ ਕੇਸ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ ਗਿਣਾਵੇ। ਮੈਂ ਬੇਅਦਬੀ ਤੇ ਵੀ ਆਉਣਾ, ਵੀ ਬੇਅਦਬੀ ਤੋਂ ਬਿਨਾਂ ਵੀ ਜਿਹੜੇ ਕੇਸ ਨੇ, ਇੱਕ ਵੀ ਕੇਸ ਨੇ ਕੋਈ ਜਿਤਾਇਆ ਹੋਵੇ ਸਰਕਾਰ ਨੂੰ, ਇਹ ਸਪਸ਼ਟ ਕਰਨ। ਪਰ ਤੁਹਾਨੂੰ ਕੀ ਲੱਗਦਾ ਵੀ ਕਿਉਂ ਹਾਰੀ ਕਿਉਂ ਜਾਂਦੇ ਨੇ ਇਹ, ਕਿਉਂ ਹਰਾ ਰਹੇ ਨੇ? ਜਿਵੇਂ ਵੱਡੇ ਤੁਸੀਂ ਐਗਜ਼ਾਮਪਲਾਂ ਦਿੱਤੀਆਂ ਨੇ, ਉਦਾਹਰਨਾਂ ਦਿੱਤੀਆਂ ਨੇ, ਵੀ ਹੁਣ ਬੇਅਦਬੀ ਦੀ ਗੱਲ ਆ ਗਈ, ਵੀ ਇਹ ਕੋਈ ਸਾਜ਼ਿਸ਼ ਹੋਈ ਹੈ ਜਿਹੜਾ ਮਤਲਬ ਹਰਾਇਆ, ਜਾਣਬੁੱਝ ਕੇ ਹਰਾਇਆ ਗਿਆ? ਇਹ ਬਹੁਤ ਵੱਡਾ ਤੁਹਾਡਾ ਮਹੱਤਵਪੂਰਨ ਸਵਾਲ ਹੈ। ਇਹਦਾ ਕਾਰਨ ਇਹ ਹੈ ਕਿ ਜਦੋਂ ਬਾਦਲਾਂ ਦੇ ਵਕਤ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਿਟੀ ਸੈਂਟਰ ਘੁਟਾਲਾ ਤੇ ਹੋਰ ਕਈ ਘੁਟਾਲਿਆਂ ਦਾ ਸਾਹਮਣਾ ਕਰ ਰਿਹਾ ਸੀ, ਕੇਸਾਂ ਦਾ, ਤਾਂ ਉਸ ਵਕਤ ਅਤੁੱਲ ਨੰਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੜ ਰਿਹਾ ਸੀਗਾ, ਕੇਸ ਲੜ ਰਿਹਾ ਸੀ। ਤਾਂ ਮੈਨੂੰ ਤਾਂ ਹੁਣ ਇਹ ਮਹਿਸੂਸ ਹੁੰਦਾ ਵੀ ਕੇਸ ਨਹੀਂ ਸੀ ਲੜ ਰਿਹਾ ਇਹਨੇ ਬਾਦਲ ਤੇ ਕੈਪਟਨਾਂ ਦਾ ਉਦੋਂ ਅੰਦਰੋਂ ਅੰਦਰੀ ਜੱਫੀ ਪਵਾਤੀ ਸੀ, ਇਹਨੇ ਸਮਝੌਤਾ ਕਰਵਾਤਾ ਸੀਗਾ। ਉਹ ਸਮਝੌਤੇ ਦੇ ਚੱਕਰ 'ਚ ਕੈਪਟਨ ਮਿਹਰਬਾਨ ਹੋ ਗਿਆ, ਇਹਨੂੰ ਐਡਵੋਕੇਟ ਜਨਰਲ ਆ ਸਾਰਾ ਕੁਛ ਇਹਦੇ। ਦੇਖੋ ਇਸ ਤਰੀਕੇ ਨਾਲ ਹੁਣ ਜਿਹੜੇ ਇਹਨੇ ਕੰਮ ਕੀਤੇ ਅਤੁੱਲ ਨੰਦਾ ਨੇ, ਉੱਥੋਂ ਤਾਂ ਐਂ ਲੱਗਦਾ ਹੀ ਨਹੀਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਹ ਅਧੀਨ ਕੋਈ ਕੰਮ ਕਰ ਰਿਹਾ। ਐਂ ਲੱਗ ਰਿਹਾ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਨਹੀਂ, ਹੁਣ ਫੇਰ ਪ੍ਰਕਾਸ਼ ਸਿੰਘ ਬਾਦਲ ਹੈ। ਤੁਸੀਂ ਦੇਖੋ ਜਿੰਨੀਆਂ ਮੈਂ ਗੱਲਾਂ ਬੇਅਦਬੀ ਤੇ ਵੀ ਆਪਾਂ ਆਉਂਦੇ ਹਾਂ, ਬੇਅਦਬੀ ਦੇ ਕੇਸ ਵੀ ਇਹਨੇ ਠੁੱਸ ਕਰਵਾਏ। ਉਹਦਾ ਫਾਇਦਾ ਕਿਹਨੂੰ ਹੋਇਆ? ਬਾਦਲ ਕਿਆਂ ਨੂੰ। ਜਿਹੜਾ ਬੱਸਾਂ ਦਾ ਸੀਗਾ ਉਹ ਕੇਸ ਰੱਦ, ਇਹਨੇ ਖੂਹ ਖਾਤੇ ਪਵਾਤਾ, ਉਹਦਾ ਫਾਇਦਾ ਕਿਹਨੂੰ ਹੋਇਆ? ਬਾਦਲ ਕਿਆਂ ਨੂੰ। ਜਿਹੜੇ ਨਿੱਜੀ ਥਰਮਲ ਪਲਾਂਟਾਂ ਦਾ ਮਸਲਾ ਸੀ, ਉਹ ਕੇਸ ਹਾਰਨ ਦਾ ਫਾਇਦਾ ਵੀ ਬਾਦਲ ਕਿਆਂ ਨੂੰ ਹੋਇਆ, ਕਿਉਂਕਿ ਜੇ ਉਹਨਾਂ ਵੱਲੋਂ ਕੀਤੇ ਉਹ ਸਮਝੌਤੇ ਰੱਦ ਹੁੰਦੇ ਤਾਂ ਉਹਨਾਂ ਦਾ ਜਲੂਸ ਨਿਕਲਣਾ ਸੀ ਇੱਕ ਵਾਰੀ ਵਰਲਡ ਵਾਈਡ। ਬੱਸਾਂ ਵਾਲਾ ਹੋ ਗਿਆ, ਸਾਰੇ ਮਸਲਿਆਂ ਦੇ ਵਿੱਚ ਇਹ ਬਾਦਲ ਕਿਆਂ ਨੂੰ ਫਾਇਦਾ ਪਹੁੰਚਾਉਂਦਾ ਰਿਹਾ। ਤਾਂ ਜਿਹੜਾ ਹੁਣ ਬੇਅਦਬੀ ਵਾਲਾ ਮਸਲਾ ਜਿਹੜਾ ਆਪਣਾ ਅੱਜ ਦਾ ਵਿਸ਼ਾ, ਤੁਸੀਂ ਵੇਖੋ ਮੈਂ 4 ਉਦਾਹਰਨਾਂ ਇਹਦੇ ਤੇ ਦੇ ਦਿੰਦਾ। ਚਰਨਜੀਤ ਸ਼ਰਮਾ ਜਿਹੜਾ ਉਸ ਵਕਤ SSPC ਮੋਗੇ ਦਾ, ਜਿਹਦੀ ਕਮਾਂਡ ਦੇ ਹੇਠ ਕੋਟਕਪੂਰੇ ਗੁਰਬਾਣੀ ਪੜ੍ਹਦੀਆਂ ਸੰਗਤਾਂ ਤੇ ਡਾਂਗਾਂ ਭਰਾਈਆਂ, ਅਥਰੂ ਗੈਸ ਦੇ ਗੋਲੇ ਸੁੱਟੇ, ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਤੇ ਬਹੁਤ ਨੌਜਵਾਨ ਉੱਥੇ ਫੱਟੜ ਹੋਏ ਗਿਣਤੀ ਤੋਂ ਬਾਹਰ। ਤਾਂ ਬਹਿਬਲ ਕਲਾਂ ਦੇ ਵਿੱਚ 2 ਨੌਜਵਾਨ ਸਾਡੇ ਸ਼ਹੀਦ ਹੋਏ, ਭਾਈ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ। ਉਹ ਜਿਹੜਾ ਬੰਦਾ ਸੀਗਾ ਐਡਾ ਵੱਡਾ ਕਾਤਲ,
ਉਹ ਕਾਤਲ ਬੇਲ ਲੈ ਗਿਆ। ਬੇਲ ਦੇ ਲਈ ਉਹਨੇ ਗਰਾਊਂਡ ਕੀ ਬਣਾਇਆ ਕਿ ਮੈਂ ਜਿਹੜਾ ਹੈਗਾ ਮਤਲਬ ਮੈਡੀਕਲ ਨੂੰ ਉਹਨੇ ਗਰਾਊਂਡ ਬਣਾਇਆ ਵੀ ਮੈਨੂੰ ਪ੍ਰੋਬਲਮ ਹੈ, ਤਾਂ ਮੈਡੀਕਲ ਨੂੰ ਆਧਾਰ ਬਣਾ ਕੇ ਉਹ ਬੇਲ ਲੈ ਗਿਆ। ਮੈਂ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਿਹੜਾ ਤੁਸੀਂ ਆ ਪਾਲਿਆ ਹੋਇਆ ਸਰਕਾਰੀ ਪੈਸਾ ਲੁੱਟਣ ਵਾਸਤੇ ਜਿਹਨੂੰ ਖੁੱਲ੍ਹਾ ਛੱਡਿਆ ਤੁਲ ਨੰਦਾ ਨੂੰ, ਦੱਸੋ ਕਿ ਇੱਕ ਵਾਰੀ ਉਹਨੂੰ ਬੇਲ ਮਿਲ ਗਈ ਚਰਨਜੀਤ ਸ਼ਰਮੇ ਨੂੰ, ਮੁੜ ਕੇ ਉਸ ਬੇਲ ਨੂੰ ਕੈਂਸਲ ਕਰਾਉਣ ਦਾ ਕਦੇ ਯਤਨ ਕੀਤਾ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਜਾਂ ਇਹਨਾਂ ਦੀ ਲੀਗਲ ਟੀਮ ਨੇ? ਕੋਈ ਯਤਨ ਨਹੀਂ ਕੀਤਾ। ਕੀ ਚਰਨਜੀਤ ਸ਼ਰਮਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਬਿਮਾਰ ਚੱਲਿਆ ਆ ਰਿਹਾ ਹੈ? ਤਾਂ ਦੂਜੀ ਵੱਡੀ ਗੱਲ ਇਹ ਹੈ ਕਿ ਸੁਮੇਧ ਸੈਣੀ ਸਮੇਤ ਕਿੰਨੇ ਪੁਲਿਸ ਆਫੀਸਰ ਨੇ ਜਿਹੜੇ ਵਾਰ ਦੀ ਵਾਰ ਜ਼ਮਾਨਤ ਲੈ ਗਏ। ਕੀ ਇਹ ਐਡਵੋਕੇਟ ਜਨਰਲ ਤੇ ਇਹਨਾਂ ਦੀ ਲੀਗਲ ਟੀਮ ਦੀ ਇਹ ਵੱਡੀ ਨਲਾਇਕੀ ਨਹੀਂ ਹੈ? ਤੀਜੀ ਵੱਡੀ ਗੱਲ, ਜਿਹੜਾ ਪਰਮਰਾਜ ਸਿੰਘ ਉਮਰਾਨੰਗ ਕੁਝ ਦਿਨ ਅੰਦਰ ਰਿਹਾ, ਉਹ ਵੀ ਬਾਹਰ ਹੁਣ ਦੰਦਨਾਉਂਦਾ ਫਿਰਦਾ ਹੈ, ਤੇ ਸਾਡੇ ਪੰਥ ਦੇ ਠੇਕੇਦਾਰਾਂ ਨੇ ਸ਼੍ਰੋਮਣੀ ਕਮੇਟੀ ਨੇ ਪਿੱਛੇ ਜੇ ਉਹਨੂੰ ਸਰੋਪਾ ਵੀ ਦਿੱਤਾ ਸੀਗਾ, ਤਾਂ ਉਹਦੇ ਤੇ ਮੁੜ ਕੇ ਕੋਈ ਕਾਰਵਾਈ ਕਰਨ ਲਈ ਕੋਈ ਯਤਨ ਹੋਇਆ, ਕੋਈ ਚਾਰਾਜੋਈ ਕੀਤੀ ਗਈ? ਡੱਕਾ ਇਹ ਤੋੜਦੇ ਨਹੀਂ। ਚੌਥੀ ਮੈਂ ਉਦਾਹਰਨ ਇਹ ਦੇ ਦਿੰਦਾ, ਜਿਹੜਾ ਮਨਤਾਰ ਬਰਾੜ MLA ਸੀਗਾ ਕੋਟਕਪੂਰੇ ਦਾ, ਜਿਸ ਦਿਨ ਉਹਦੀ ਸੁਣਵਾਈ ਹੋਣੀ ਹੈ, ਬੜਾ ਇੰਪੋਰਟੈਂਟ ਦਿਨ ਹੈ, ਉਸ ਦਿਨ ਵੀ ਇਹ ਐਡਵੋਕੇਟ ਜਨਰਲ ਅਤੁਲ ਨੰਦਾ ਉੱਥੇ ਸ਼ਾਮਲ ਨਹੀਂ ਹੋ ਰਿਹਾ। ਉਹ ਐਡਾ ਵੱਡਾ ਮਹੱਤਵਪੂਰਨ ਕੇਸ ਦੀ ਸੁਣਵਾਈ ਵਾਲੇ ਦਿਨ ਵੀ ਇਹ ਜਿਹੜਾ ਸੀਗਾ ਐਕਸ ਪਾਰਟੀ ਕੇਸ ਬਣ ਗਿਆ। ਉਹ ਵੀ ਐਕਸ ਪਾਰਟੀ ਮਤਲਬ ਇੱਕ ਧਿਰ ਸ਼ਾਮਲ ਹੋਈ, ਦੂਜੀ ਸ਼ਾਮਲ ਹੀ ਨਹੀਂ ਹੋਈ। ਤਾਂ ਇਹ ਕਦੇ ਸ਼ਾਮਲ ਨਹੀਂ ਹੁੰਦੇ, ਹਾਜ਼ਰ ਨਹੀਂ ਹੁੰਦੇ। ਤਾਂ ਇਹ ਮਤਲਬ ਕੀ ਆ ਵੀ ਇਹ ਲੋਕ ਜਿਹੜੇ ਨੇ, ਸਾਡਾ ਜਿਹੜਾ ਗਰੀਬਾਂ ਦਾ, ਇੱਥੋਂ ਦੇ ਨਾਗਰਿਕਾਂ ਦਾ ਪੈਸਾ ਹੈ, ਉਹਦੇ ਨਾਲ ਐਸ਼ੋ ਆਰਾਮ ਕਰਦੇ ਆ, ਤੇ ਕਿੱਡੀਆਂ ਮੋਟੀਆਂ ਤਨਖਾਹਾਂ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਇੱਥੋਂ ਤੱਕ ਕਹਿੰਦਾ ਕਿ ਦਿੱਲੀ ਤੋਂ ਜਿਹੜੀ ਫੌਜ ਆਉਂਦੀ ਸੀਗੀ ਵਕੀਲਾਂ ਦੀ, ਉਹ ਫੌਜ ਤਾਂ ਮਤਲਬ ਵੱਡੇ ਤਾਜ ਹੋਟਲਾਂ 'ਚ ਹੀ ਉਹਨਾਂ ਨੇ ਰਹਿਣਾ, ਨਖਰੇ ਕਰਨੇ, ਇੱਥੋਂ ਤੱਕ ਕਿ ਜੇ ਇਹਨਾਂ ਨੂੰ ਪਤਾ ਵੀ ਹੋਵੇ ਵੀ ਕੱਲ੍ਹ ਨੂੰ ਸਟ੍ਰਾਈਕ ਹੈ, ਸਟ੍ਰਾਈਕ ਦਾ ਦਿਨ ਦਾ ਪਤਾ ਸੀ, ਪਰ ਘੁੰਮਣ ਫਿਰਨ ਦੇ ਮਾਰੇ ਫਿਰ ਵੀ ਆ ਗਏ, ਤੇ ਆ ਕੇ ਮਤਲਬ 55 ਲੱਖ ਰੁਪਏ ਦਾ ਖਰਚਾ ਉਸ ਦਿਨ ਇਹ ਕਰ ਗਏ। ਤਾਂ ਇਸ ਤਰ੍ਹਾਂ ਇਹ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀ ਜਿਹੜੀ ਖੁੱਲ੍ਹ ਦਿੱਤੀ ਕੈਪਟਨ ਅਮਰਿੰਦਰ ਸਿੰਘ, ਉਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਇਹ ਮਤਲਬ ਕੀ ਹੋਇਆ ਹੁਣ ਦੇਖੋ, ਹੁਣ ਕਾਂਗਰਸ ਦੇ ਵਿੱਚੋਂ ਚੀਕਾਂ ਵੱਜ ਰਹੀਆਂ ਨੇ। ਸੁਨੀਲ ਜਾਖੜ ਰੌਲਾ ਪਾ ਰਿਹਾ ਹੈ, ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵਾ ਰੌਲਾ ਪਾ ਰਿਹਾ ਹੈ, ਕਿੱਕੀ ਢਿੱਲੋਂ ਵਰਗੇ ਹੋਰ ਕਿੰਨੇ ਰੌਲਾ ਪਾ ਰਹੇ ਨੇ ਵੀ ਬਚ ਜਾਓ, ਆਪਾਂ ਇਹਨੂੰ ਅਤੁਲ ਨੰਦੇ ਨੂੰ ਛੱਡੋ ਇਹਦਾ ਖਹਿੜਾ। ਪਰ ਕੈਪਟਨ ਅਮਰਿੰਦਰ ਸਿੰਘ ਦੀ ਮਜਬੂਰੀ ਕੀ ਹੈ ਇਹਨੂੰ ਨਾਲ ਰੱਖਣਾ? ਉਹ ਮੈਂ ਇਹੀ ਦੱਸੂਗਾ ਵੀ ਇਹ ਜਿਹੜਾ ਹੈਗਾ ਬਾਦਲ ਤੇ ਕੈਪਟਨ ਆਪਸ ਦੇ ਵਿੱਚ ਜਿਹੜੇ ਘਿਓ ਖਿਚੜੀ ਦੇ ਇਲਜ਼ਾਮ ਨੇ ਉਹ ਸਾਫ਼ ਹੋ ਰਹੇ ਨੇ, ਔਰ ਜਿਹੜੀ ਇਹ ਸਾਂਝ ਬਾਦਲ ਤੇ ਕੈਪਟਨ ਦਾ ਜਿਹੜਾ ਗੱਠਜੋੜ ਕਰਵਾਇਆ ਪਿਛਲੇ ਸਮੇਂ 'ਚ ਅਤੁਲ ਨੰਦਾ ਨੇ, ਉਸੇ ਕਰਕੇ ਕੈਪਟਨ ਨੇ ਇਹਦੇ ਤੇ ਮਿਹਰਬਾਨ ਹੈ। ਔਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਵਿਚਰ ਰਿਹਾ, ਮੈਨੂੰ ਤਾਂ ਐਂ ਲੱਗਣ ਲੱਗ ਜਾਂਦਾ ਹੁੰਦਾ ਸੀ ਕਈ ਵਾਰੀ ਜਿਵੇਂ ਇਹ ਕੰਮ ਕਰਦੇ ਨੇ, ਇਹ ਕੈਪਟਨ ਨੇ ਕਿਤੇ ਇਹ ਬਾਦਲ ਕਿਆਂ ਵੱਲੋਂ ਚੋਣ ਤਾਂ ਨਹੀਂ ਲੜਨੀ, ਜਿਵੇਂ ਉਹਨਾਂ ਨੂੰ ਇੰਨਾ ਮੌਕਾ ਦੇ ਰਿਹਾ ਵੀ ਤੁਸੀਂ ਵਧੋ ਫੁੱਲੋ ਹੋਰ ਸਾਰਾ ਸਿਸਟਮ ਚਲਾਓ। ਸੋ ਇਹਦਾ ਹੁਣ ਜਿਹੜਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਇਹ ਰਿਪੋਰਟ, ਉਦੋਂ ਬਾਅਦ ਤੁਸੀਂ ਦੇਖੋ ਆ ਬੇਸ਼ਰਮ ਟੋਲਾ ਬਾਦਲ ਕਿਆਂ ਦਾ ਕਿਵੇਂ ਖੁਸ਼ੀਆਂ ਮਨਾ ਰਹੇ ਆ, ਭੰਗੜੇ ਪਾ ਰਿਹਾ। ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਪੂਰੀ ਮਾਨਵਤਾ ਦਾ ਰਹਿਬਰ ਹੈ, ਉਹਦੇ ਅੰਕ ਤੁਹਾਡੇ ਰਾਹ 'ਚ ਖਿਲਰੇ, ਤੇ ਦੂਜੇ ਪਾਸੇ ਸੌਦਾ ਸਾਧ ਦੀ ਫਿਲਮ ਦੇ ਲਈ ਵੀ ਤੁਸੀਂ ਗਨਮੈਨ ਖੜਾਏ ਸੀ, ਪੰਜਾਬ ਪੁਲਿਸ ਦੇ ਨੌਜਵਾਨ ਖੜਾਏ ਸੀ, ਸ਼ਾਂਤਮਈ ਬੈਠਿਆਂ ਤੇ ਤੁਸੀਂ ਡਾਂਗਾਂ ਭਰਾਤੀਆਂ, ਫੱਟੜ ਕਰਤੇ, ਸ਼ਹੀਦ ਕਰਤੇ ਸਾਡੇ ਨੌਜਵਾਨ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਖੁਸ਼ੀਆਂ ਮਨਾ ਕੇ ਤੁਸੀਂ ਇਹ ਸਾਬਤ ਕਰ ਰਹੇ ਹੋ ਕਿ ਵਾਕਈ ਤੁਸੀਂ ਦੋਸ਼ੀ ਸੀਗੇ। ਜਿਸ ਕਿਸੇ ਦੇ ਮਨ ਵਿੱਚ ਪਹਿਲਾਂ ਭੁਲੇਖਾ ਵੀ ਸੀ ਉਹ ਵੀ ਜਿਹੜਾ ਦੂਰ ਹੋ ਗਿਆ ਜੀ। ਪਰ ਮਾਜੀ ਸਾਹਿਬ, ਪੰਜਾਬ ਦੇ ਕੈਪਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਜਾਵਾਂਗੇ, ਦਰਵਾਜ਼ਾ ਖੜਕਾਵਾਂਗੇ, ਵੀ ਨਹੀਂ ਅਸੀਂ ਕੇਸ ਦੀ ਪੂਰੀ ਪੈਰਵੀ ਕਰਾਂਗੇ, ਸੁਪਰੀਮ ਕੋਰਟ ਜਾਵਾਂਗੇ। ਕਿਵੇਂ ਦੇਖਦੇ ਹੋ ਤੁਸੀਂ ਇਹ ਗੱਲ ਨੂੰ? ਦੇਖੋ, ਸੁਪਰੀਮ ਕੋਰਟ ਜਾਵਾਂਗੇ, ਪਰ ਸੁਪਰੀਮ ਕੋਰਟ ਜਾਓਗੇ ਹੁਣ ਇਹ ਟਾਈਮ ਕਿੰਨਾ ਲੱਗੂ ਵੀ ਦੁਬਾਰਾ ਫੇਰ ਤੁਸੀਂ ਇਹਨੂੰ ਬੇਅਦਬੀ ਦੇ ਮਸਲੇ ਨੂੰ ਇਸ ਤਰੀਕੇ ਨਾਲ, ਜਿਵੇਂ 1984 ਦਾ ਮਸਲਾ ਬਹੁਤ ਵੱਡਾ ਸੀ ਪਰ ਉਸ ਮਸਲੇ ਨੂੰ ਸਿਰਫ ਵੋਟਾਂ ਕੈਸ਼ ਕਰਨ ਲਈ ਬਾਦਲ ਵਰਤਦਾ ਰਿਹਾ, ਤੇ ਹੁਣ ਕੈਪਟਨ ਨੇ ਇਹਨੂੰ ਸ਼ਰਮ ਨਹੀਂ ਆਉਂਦੀ, ਹੁਣ ਕਹਿੰਦਾ ਸੁਪਰੀਮ ਕੋਰਟ ਜਾਵਾਂਗੇ। ਸੁਪਰੀਮ ਕੋਰਟ ਤਾਂ ਜਾਓਗੇ, ਪਹਿਲਾਂ ਇਹ ਤਾਂ ਵੇਖ ਲਓ ਜਿਹੜੇ ਹਾਈ ਕੋਰਟ ਦੇ ਵਿੱਚ ਤੁਸੀਂ ਹਾਰੇ ਹੋ, ਜਿਹੜੀ ਤੁਸੀਂ ਸਿੱਟ ਬਣਾਈ ਸੀਗੀ, ਮੈਨੂੰ ਦੱਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਬਾਕੀ ਦੇ ਜਿਹੜੇ ਮੈਂਬਰ ਸੀ ਤੁਹਾਡੇ,
ਉਹ ਕਿੰਨੀਆਂ ਮੋਟੀਆਂ ਰਕਮਾਂ ਲੈਂਦੇ ਰਹੇ, ਸਾਰੀਆਂ ਸਹੂਲਤਾਂ ਉਹਨਾਂ ਨੂੰ ਸਰਕਾਰ ਨੇ ਦਿੱਤੀਆਂ, ਉਹ ਕਿੱਥੇ ਸੁੱਤੇ ਰਹੇ? ਉਹਨਾਂ ਨੇ ਇਹਦਾ ਡੱਕਾ ਨਹੀਂ ਤੋੜਿਆ। ਉਹ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੁਣ ਆਪ ਹੀ ਦੱਸਤਾ ਕਿ ਜਦੋਂ ਮੈਂ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਪੁੱਛਣਾ ਹੁੰਦਾ ਸੀਗਾ ਜਾਂ ਹੋਰ ਕਰਨਾ ਸੀ, ਇਹ ਤਾਂ ਡਿੱਕੇ ਡਾਉਂਦੇ ਰਹੇ ਨੇ, ਯਤਨ ਕਰਦੇ ਰਹੇ ਵੀ ਤੁਸੀਂ ਨਾ ਜਾਓ ਨਾ ਜਾਓ ਨਾ ਜਾਓ। ਇੱਕ ਬੰਦਾ ਕੰਮ ਕਰ ਰਿਹਾ ਸੀ ਤੇ ਜਿਹੜੀ ਸਿੱਟ ਨੇ ਤੁਹਾਡੀ ਨੇ ਕਾਰਜਕਾਰੀ ਕੀਤੀ ਹੈ ਉਹਦੇ ਖਿਲਾਫ ਕੀ ਕਾਰਵਾਈ ਹੈ? ਆਹ ਤੁਲ ਨੰਦੇ ਵਰਗੇ ਸਰਕਾਰੀ ਸਾਨਾਂ ਖਿਲਾਫ ਤੁਸੀਂ ਕੀ ਕਾਰਵਾਈ ਕਰੋਗੇ? ਸੋ ਇਸ ਕਰਕੇ ਇਹ ਹੁਣ ਮੈਨੂੰ ਲੱਗਦਾ ਵੀ ਬਸ ਸਿਰਫ ਚੋਣ ਮੁੱਦਾ ਬਣਾ ਕੇ, ਬਸ ਵੋਟਾਂ ਦਾ ਮਸਲਾ ਬਣਾ ਕੇ ਦੁਬਾਰਾ ਫਿਰ ਸਾਨੂੰ ਉੱਲੂ ਬਣਾਉਣ ਦੇ ਲਈ ਇਹ ਸਾਰੀਆਂ ਗੱਲਾਂ ਹੋ ਰਹੀਆਂ। ਹੁਣ ਸੁਪਰੀਮ ਕੋਰਟ ਜਾਵਾਂਗੇ ਜੀ, ਪਹਿਲਾਂ ਜਿਨ੍ਹਾਂ ਨੇ ਕੜੀ ਘੋਲੀ ਆ ਉਹਨਾਂ ਤੇ ਕਾਰਵਾਈ ਤਾਂ ਕਰ ਦਿਓ ਨਾ ਚੱਜ ਨਾਲ। ਤੇ ਇੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਵੀ ਕਹਿੰਦਾ ਵੀ ਮੈਂ ਸੀਐਮ ਸਾਹਿਬ ਦੇ ਵੀ ਧਿਆਨ 'ਚ ਲਿਆਤਾ ਹੈ। ਉਹਨੇ ਵੀ ਕਿਹਾ ਵੀ ਤੂੰ ਸਰਕਾਰ ਵੱਲੋਂ ਵੀ ਜਦੋਂ ਇਹਨੂੰ ਅਤੁੱਲ ਨੰਦੇ ਨੂੰ ਕਿਹਾ ਗਿਆ ਵੀ ਤੂੰ ਆਪ ਉੱਥੇ ਪੇਸ਼ ਹੋਇਆ ਕਰ, ਇਹਦੇ ਬਾਵਜੂਦ ਵੀ ਪੇਸ਼ ਨਹੀਂ ਹੋਇਆ। ਆਖਰ ਅਤੁੱਲ ਨੰਦਾ ਹੈ ਕੀ ਹੈ? ਕੀ ਉਹ ਮਤਲਬ ਇਹਨਾਂ ਦਾ ਸਾਰਿਆਂ ਦਾ ਮਾਲਕ ਹੈ, ਜਾਂ ਉਹਨਾਂ ਕੋਲੇ ਕਿਹੜੇ ਇਹਨਾਂ ਦੇ ਸੀਕ੍ਰੇਟ, ਇਹਨਾਂ ਦੇ ਵੀਕ ਪੁਆਇੰਟ ਹੈਗੇ ਨੇ ਜਿਹੜੇ ਉਹਦੇ ਸਾਹਮਣੇ ਅੱਖ ਚੱਕ ਕੇ ਨਹੀਂ ਵੇਖਦੇ? ਅਜੇ ਤੱਕ ਵੀ ਐਡਵੋਕੇਟ ਜਨਰਲ ਦੇ ਖਿਲਾਫ ਕੋਈ ਇੱਕ ਸ਼ਬਦ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਬੋਲ ਰਿਹਾ। ਤਾਂ ਇਹਦਾ ਮਤਲਬ ਇਹੀ ਹੈ ਵੀ ਇਹ ਬਹੁਤ ਵੱਡਾ ਜਿਹੜਾ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਪਾਸੇ ਤੁਰੇ ਹੋਏ ਆ ਜੀ। ਕੁੰਵਰ ਵਿਜੇ ਪ੍ਰਤਾਪ ਸਿੰਘ ਬੜੇ ਇਮਾਨਦਾਰ ਆਫੀਸਰ, ਮਤਲਬ ਪਿਛਲੇ ਸਮਿਆਂ ਤੋਂ ਦੇਖ ਰਿਹਾ, ਜਦੋਂ ਇਹਨਾਂ ਨੂੰ ਮਤਲਬ ਸਿੱਟ ਦਾ ਮੁਖੀ ਬਣਾਇਆ ਗਿਆ ਤਾਂ ਖੁਸ਼ੀ ਹੋਈ, ਪੂਰੇ ਸਿੱਖ ਪੰਥ 'ਚ ਖੁਸ਼ੀ ਹੋਈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਮਾਨਦਾਰ ਆਫੀਸਰ ਨੇ, ਹੁਣ ਸਾਨੂੰ ਇਨਸਾਫ ਮਿਲੂਗਾ। ਪਰ ਵੱਡੀ ਗੱਲ ਇਹਨਾਂ ਨੇ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਗੱਲ ਕਹੀ ਆ ਵੀ ਕਿਤੋਂ ਨਹੀਂ ਇਨਸਾਫ ਮਿਲ ਸਕਦਾ, ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਨਸਾਫ ਦੇ ਸਕਦੇ ਨੇ। ਜਾਣੀ ਕਿ ਦੁਖੀ ਹੋ ਕੇ ਇਹ ਗੱਲ ਕਹੀ ਵੀ ਉਹਨਾਂ ਦਾ ਦੁੱਖ ਦਾ ਖੁਲਾਸਾ ਹੋਇਆ ਵੀ ਕੋਈ ਸਾਥ ਨਹੀਂ ਮਿਲਿਆ। ਜਿਵੇਂ ਉਹਨਾਂ ਨੇ ਕਿੰਨੀ ਮਿਹਨਤ ਨਾਲ, ਕਿੰਨੀ ਤਸ਼ੱਦਦ ਨਾਲ ਇੱਕ ਬਰੀਕ ਪੁਆਇੰਟ ਚੱਕ ਕੇ ਪੂਰਾ ਮਤਲਬ ਇੱਕ ਰਿਪੋਰਟ ਤਿਆਰ ਕਰੀ, ਵੀ ਉਹਨਾਂ ਦਾ ਮਤਲਬ ਦੁਖੀ ਹੋਏ ਨੇ ਕਿਤੇ ਨਾ ਕਿਤੇ ਕੁੰਵਰ ਵਿਜੇ ਪ੍ਰਤਾਪ ਸਿੰਘ। ਦੇਖੋ ਇੱਥੋਂ ਤੁਸੀਂ ਦੇਖੋ ਵੀ ਸਮਾਜ ਕਿੱਧਰਲੇ ਪਾਸੇ ਜਾਊਗਾ ਜੇ ਇੱਕ ਐਡਾ ਵੱਡਾ ਆਫੀਸਰ, ਆਈਜੀ ਰੈਂਕ ਦਾ ਬੰਦਾ ਅਸਤੀਫਾ ਦੇ ਰਿਹਾ ਆਪਣੀ ਡਿਊਟੀ ਤੋਂ, ਤੇ ਇਹ ਕਹਿ ਰਿਹਾ ਵੀ ਇੱਥੇ ਇਨਸਾਫ ਨਹੀਂ ਮਿਲਣਾ। ਤਾਂ ਜਿਹੜੇ ਨਾਰਮਲ ਬੰਦੇ ਨੇ ਉਹ ਕਿਵੇਂ ਇਨਸਾਫ ਦੀ ਜਿਹੜੀ ਉਮੀਦ ਰੱਖਣਗੇ ਜਦੋਂ ਇਸ ਤਰ੍ਹਾਂ ਦੇ ਫੈਸਲੇ ਆਉਂਦੇ ਆ? ਮੈਂ ਤਾਂ ਸਲੂਟ ਕਰਦਾ ਪੂਰੀ ਕੌਮ ਨੂੰ, ਗੁਰੂ ਨੇ ਕਿਰਪਾ ਕੀਤੀ ਹੈ ਕਿ ਕੌਮ ਪੀਸਫੁਲੀ ਰਹੀ ਹੈ, ਸ਼ਾਂਤਮਈ ਰਹੀ ਹੈ। ਪਰ ਆਖਰ ਇਹ ਕੀ ਚਾਹੁੰਦੇ ਆ? ਇਹੋ ਜਿਹੇ ਮਸਲਿਆਂ ਤੇ ਸਾਨੂੰ ਵਾਰ-ਵਾਰ ਜ਼ਖਮਾਂ ਨੂੰ ਚੇੜ ਕੇ, ਜ਼ਖਮਾਂ ਦੇ ਉੱਤੇ ਲੂਣ ਭੁੱਕ ਕੇ ਇਹ ਚਾਹੁੰਦੇ ਕੀ ਹੈ ਕਿ ਸਿੱਖ ਨੌਜਵਾਨਾਂ ਨੂੰ ਕਿਹੜੇ ਰਾਹ ਪਾਉਣਾ ਚਾਹੁੰਦੇ ਹੋ ਤੁਸੀਂ? ਮਤਲਬ ਐਂਡ ਫਿਰ ਕੀ ਹੋਊਗਾ? ਮੈਂ ਉਹ ਵੀਰ ਦੀ, ਆਪਣੇ ਸੁਖਰਾਜ ਸਿੰਘ ਦੀ ਸੁਣੀ ਹੈ ਇੰਟਰਵਿਊ, ਜਿਹੜਾ ਸ਼ਹੀਦ ਸਿੰਘ ਦਾ ਬੇਟਾ ਹੈਗਾ ਸੁਖਰਾਜ ਸਿੰਘ। ਉਹ ਕਹਿੰਦਾ ਵੀ ਮਤਲਬ ਹੁਣ ਮੈਨੂੰ ਐਂ ਲੱਗਦਾ ਵੀ ਮੈਂ ਜਿਹੜੇ ਮੇਰੇ ਪਿਓਾਂ ਦੇ ਕਾਤਲ ਨੇ, ਜਿਹੜੇ ਮੇਰੇ ਸਾਹਮਣੇ ਉੱਥੇ ਆਉਂਦੇ ਰਹੇ ਕੋਰਟਾਂ 'ਚ, ਵੀ ਮੈਂ ਉਹਨੂੰ ਆਪ ਹੀ ਕਿਉਂ ਨਾ ਮਾਰਤਾ। ਇਹ ਮਤਲਬ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਹਦਾ ਮਤਲਬ ਜਿਹੜੀ ਨੌਜਵਾਨੀਆਂ ਉਹਨੂੰ ਇਹ ਰਾਹ ਤੋਰਨਾ ਚਾਹੁੰਦੇ ਹੋ ਨਾ। ਜੇ ਤੁਸੀਂ ਇਨਸਾਫ ਦੇਣੇ ਹੀ ਨਹੀਂ, ਇਸ ਤਰ੍ਹਾਂ ਡਰਾਮੇ ਕਰਨੇ ਨੇ, ਐਂਡ ਫਿਰ ਕੀ ਹੋਊਗਾ? ਫਿਰ ਨੌਜਵਾਨ ਕਰਨਗੇ ਕੀ? ਤੇ ਹਥਿਆਰ ਚੁਕਾਉਣਾ ਚਾਹੁੰਦੇ ਹੋ ਤੁਸੀਂ ਦੁਬਾਰਾ ਸਾਨੂੰ ਹਥਿਆਰ ਚੁਕਾ ਕੇ ਫਿਰ ਦੁਬਾਰਾ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਆਹ ਜਿਹੜੇ ਨੌਜਵਾਨ ਪਿਛਲੇ ਲੰਮੇ ਸਮਿਆਂ 'ਚ ਕਈ ਸਾਲ ਬਰਾਤਾਂ ਨਹੀਂ ਚੜੀਆਂ, ਮਾਝੇ ਇਲਾਕੇ 'ਚ ਐਡਾ ਕਤਲੇਆਮ ਹੋਇਆ ਬੇਅੰਤੇ ਬੁੱਚੜ ਦੇ ਵਕਤ, ਉਹ ਦੁਬਾਰਾ ਮਾਹੌਲ ਸਿਰਜਣਾ ਚਾਹੁੰਦੇ ਹੋ ਤੁਸੀਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਤਾਂ ਸਿੱਖ ਲਈ ਕੁਝ ਵੀ ਨਹੀਂ ਹੈ। ਉਹਦਾ ਇਨਸਾਫ ਨਾ ਦੇਣਾ ਇਹ ਜਾਣ ਬੁੱਝ ਕੇ ਨੌਜਵਾਨਾਂ ਨੂੰ ਭਟਕਾਹਟ ਪੈਦਾ ਕਰਨ ਵਾਲੀ ਗੱਲ ਹੈ ਕਿ ਇਹ ਉੱਠਣ, ਇਹ ਕਿਵੇਂ ਨਾ ਕਿਵੇਂ ਇਹ ਖੜੇ ਹੋਣ, ਦੁਬਾਰਾ ਫਿਰ ਅਸੀਂ ਨਿਸ਼ਾਨਾ ਬਣਾਈਏ। ਅਸੀਂ ਇਸ ਸਾਜ਼ਿਸ਼ ਤੋਂ ਵੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਬਹੁਤ ਸੁਚੇਤ ਰਹਿਣਾ। ਇਹ ਖੂਨ ਦੀ ਹੋਲੀ ਖੇਡਣਾ ਜਾਣਦੇ ਨੇ, ਇਹਨਾਂ ਲੋਕਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਸਿੱਖ ਜਵਾਨੀ ਦਾ, ਪਹਿਲਾਂ ਵੀ ਹੁਣ ਵੀ। ਪੰਜਾਬ ਪੁਲਿਸ 'ਚ ਇਹੋ ਜਿਹੇ ਬਥੇਰੇ ਰਾਖਸ਼ ਬੈਠੇ ਨੇ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਪਰ ਕਿੰਨੇ ਬੈਠੇ ਨੇ। ਸੁਮੇਧ ਸੈਣੀ ਵਰਗੇ ਜਿਹੜੇ ਸੀਗੇ ਬਾਦਲਾਂ ਨੇ ਬਿਠਾਏ ਹੋਏ, ਹੋਰ ਕਿੰਨੇ ਨੇ, ਉਮਰਾ ਨੰਗਲ ਵਰਗੇ। ਤਾਂ ਸਾਨੂੰ, ਅਸੀਂ ਕੋਈ ਇਹਨਾਂ ਨੂੰ ਐਸਾ ਮੌਕਾ ਨਹੀਂ ਦੇਣਾ ਵੀ ਇਹ ਸਾਡੇ ਖੂਨ ਪੀਣ ਵਾਲੇ ਪਾਸੇ ਦੁਬਾਰਾ ਤੁਰਨ। ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਮਾਣਹਾਨੀ ਦਾ ਕੇਸ ਕਰਾਂਗੇ ਅਸੀਂ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੇ ਬਦਨਾਮ ਕਰਿਆ ਬਾਦਲ ਪਰਿਵਾਰ ਨੂੰ। ਕਿਵੇਂ ਦੇਖਦੇ ਹੋ ਤੁਸੀਂ? ਬਾਦਲ ਪਰਿਵਾਰ ਦੇ ਪਹਿਲਾਂ ਕਿਹੜਾ ਝੰਡੇ ਝੂਲਦੇ ਆ ਜੇ ਇਹਨੂੰ ਪੁੱਛੇ ਸੁਖਬੀਰ ਨੂੰ? ਮਾਣਹਾਨੀ ਦਾ ਕੇਸ ਤਾਂ ਹੀ ਕਰੋਗੇ ਜੇ ਕੋਈ ਮਾਣ ਹੋਊਗਾ ਤੁਹਾਨੂੰ। ਮਾਣ ਕਾਹਦੇ ਤੇ? ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰਦਿਆਂ ਨੂੰ? ਇਹਨਾਂ ਦਾ ਕੋਈ ਮਾਣ ਨਹੀਂ, ਕੋਈ ਸਨਮਾਨ ਨਹੀਂ। ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਥੂ ਹੋ ਰਹੀ ਹੈ। ਤੇ ਇਹਨਾਂ ਦੇ ਆਪਣੇ ਬੰਦੇ ਜਿਹੜੇ ਵੱਡੇ ਅਹੁਦੇਦਾਰ ਨੇ ਉਹ ਬਾਦਲਕਿਆਂ ਨੂੰ ਛੱਡ ਕੇ ਆ ਰਹੇ ਆ। ਜਲੂਸ ਇਹਨਾਂ ਦਾ ਨਿਕਲਿਆ ਪਿਆ, ਕਿਉਂਕਿ ਦੇਖੋ ਜਿਹੜਾ ਗੁਰੂ ਨਾਲ ਮੱਥਾ ਲਾਊ ਨਾ ਉਹਦਾ ਕੱਖ ਨਹੀਂ ਰਹਿਣਾ। ਇਹ ਗੱਲ ਪੱਕੀ ਹੈ, ਕੁਛ ਨਹੀਂ ਰਿਹਾ। ਪਿਛਲੇ ਸਮਿਆਂ ਦੇ ਵਿੱਚ ਤੁਸੀਂ ਵੇਖ ਲਓ, ਆ ਸੁਰਜੀਤ ਬਰਨਾਲੇ ਨੇ ਉੱਥੇ ਹਰਕਤ ਕੀਤੀ ਸੀ, ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਦਾ, ਤੇ ਉਹ ਮੁੱਖ ਮੰਤਰੀ ਅੱਜ ਉਹਨਾਂ ਦੇ ਪੋਤੇ ਇੱਕ ਟਿਕਟ ਪਿੱਛੇ ਰੁਲਦੇ ਫਿਰਦੇ ਆ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੈਂ ਕਹਿਣਾ ਵੀ ਹਾਲਤ ਤੁਹਾਡੀ ਵੀ, ਤੁਹਾਡੇ ਤੇ ਗੁਰੂਆਂ ਦੀ ਬਖਸ਼ਿਸ਼ ਹੈ,
ਤੇ ਜੇ ਤੁਸੀਂ ਹਰਕਤਾਂ ਆਹੀ ਕਰਨੀਆਂ, ਉਹੀ ਕੈਪਟਨ ਜਿਹੜਾ ਕਦੇ ਐਮਐਲਏ ਲਈ ਤੜਫਦਾ ਹੁੰਦਾ ਸੀਗਾ ਅੱਜ ਮੁੱਖ ਮੰਤਰੀ ਬਣਾਤਾ, ਤੇ ਇਹਦੇ ਬਾਵਜੂਦ ਗੁਰੂ ਵੱਲ ਪਿੱਠ ਕਰੂਗਾ ਤੇ ਹਾਲਤ ਇਹਦੀ ਵੀ ਮਾੜੀ ਹੋਣੀ ਆ। ਵੀ ਜਿਹੜਾ ਬੰਦਾ ਬਾਦਲਾਂ ਨੂੰ ਲਗਾਤਾਰ ਬਚਾ ਰਿਹਾ ਅਤੁਲ ਨੰਦਾ, ਉਹਦੇ ਤੇ ਫਿਰ ਵੀ ਕਾਰਵਾਈ ਨਹੀਂ। ਇਹਨਾਂ ਦੇ ਪਾਰਟੀ ਦੇ ਸੀਨੀਅਰ ਲੀਡਰ ਚੀਕਾਂ ਮਾਰ ਰਹੇ ਨੇ, ਰੌਲਾ ਪਾ ਰਹੇ ਨੇ, ਕੋਈ ਅਸਰ ਨਹੀਂ, ਕੋਈ ਵਾਸਤਾ ਨਹੀਂ। ਇੱਥੋਂ ਸਾਫ਼ ਹੈ ਕਿ ਬਿਲਕੁਲ ਆਪਸ ਦੇ ਵਿੱਚ ਮਿਲੇ ਹੋਏ ਆ। ਬਾਕੀ ਤੁਹਾਨੂੰ ਕੀ ਲੱਗਦਾ ਹੁਣ ਵੀ ਇਨਸਾਫ ਨਸੂਬ ਭੁੱਲ ਜਾਣ ਲੋਕ, ਨਾ ਸੋਚਣ ਵੀ ਬੇਅਦਬੀ ਦੀ ਘਟਨਾਵਾਂ ਦਾ ਕੋਈ ਅਸਲੀ ਚਿਹਰਾ ਸਾਹਮਣੇ ਆਊਗਾ? ਦੇਖੋ ਇਹ ਗੱਲ ਹੈ ਜਿਹੜੀ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਇਹ ਭੁੱਲੀ ਤਾਂ ਨਹੀਂ ਜਾ ਸਕਦੀ। ਇਹ ਤਾਂ ਹੁਣ ਸਾਡੇ ਜਿਵੇਂ ਇੱਕ ਉਹ ਗਹਿਰਾ ਜ਼ਖਮ ਹੋ ਗਿਆ, ਜਿਹੜਾ ਜ਼ਖਮ ਬਾਰ-ਬਾਰ ਚੜਾਉਂਦਾ ਰਹੂਗਾ। ਔਰ ਫਿਰ ਬੇਅਦਬੀਆਂ ਦਾ ਦੌਰ ਹੈ ਜਿਹੜਾ ਉਹ ਕੈਪਟਨ ਦੇ ਰਾਜ ਵਿੱਚ ਵੀ ਜਾਰੀ ਰਿਹਾ ਤੇ ਉਹਦੇ ਨੱਥ ਨਹੀਂ ਪਾਈ ਗਈ। ਇਹਦਾ ਕਾਰਨ ਇਹੀ ਹੈ ਜੀ, ਜੇ ਦੇਖੋ ਇਹ ਜਿਹੜਾ ਹੈਗਾ 1986 ਦੇ ਵਿੱਚ ਨਕੋਦਰ ਕਾਂਡ ਦਾ ਜੇ ਇਨਸਾਫ ਮਿਲ ਜਾਂਦਾ ਤਾਂ 2015 ਵਾਲਾ ਕਾਂਡ ਨਾ ਵਾਪਰਦਾ। ਜੇ 15 ਵਾਲੇ ਕਾਂਡ ਦਾ ਵਿਰਗਾੜੀ ਦਾ ਇਨਸਾਫ ਮਿਲ ਜਾਂਦਾ ਤੇ ਫਿਰ ਹੁਣ ਕੋਈ ਬੇਅਦਬੀ ਕਰਨ ਦੀ ਹਿੰਮਤ ਨਾ ਕਰਦਾ। ਜਦੋਂ ਇਸ ਤਰ੍ਹਾਂ ਦੇ ਫੈਸਲੇ ਆਉਣਗੇ, ਇੱਥੋਂ ਤਾਂ ਇਹ ਲੱਗ ਰਿਹਾ ਵੀ ਇਹ ਮਤਲਬ ਇਸ ਤਰ੍ਹਾਂ ਦਾ ਜਾਣਬੁੱਝ ਕੇ ਮਾਹੌਲ ਬਣਾ ਰਹੇ ਨੇ, ਜਿਹਦੇ ਨਾਲ ਇਹ ਹੈ ਵੀ ਇਹ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਹੋਣ ਤੇ ਲੋਕਾਂ 'ਚ ਸ਼ਾਂਤੀ ਫੈਲੇ। ਇਹ ਸ਼ਾਂਤਮਈ ਮਾਹੌਲ ਨੂੰ ਲਾਂਭੂ ਲਾਉਣ ਦਾ ਯਤਨ ਹੈ ਜਿਹੜਾ ਕਰ ਰਹੇ। ਠੀਕ ਹੈ ਮਾਝੀ ਸਾਹਿਬ, ਗੱਲ ਇਹੀ ਸਾਹਮਣੇ ਆ ਰਹੀ ਹੈ ਵੀ ਵੱਡੇ ਚਿਹਰੇ ਇਹਦੇ ਵਿੱਚ ਸਾਹਮਣੇ ਆ ਰਹੇ ਨੇ, ਤਾਂ ਹੀ ਇਹ ਫਾਈਲਾਂ ਜਾਂ ਸਿੱਟਾਂ ਨੂੰ ਖਾਰਜ ਕੀਤਾ ਜਾ ਰਿਹਾ, ਸਿੱਟਾਂ ਚੇਂਜ ਕੀਤੀਆਂ ਜਾਂਦੇ ਨੇ। ਸਾਹਮਣੇ ਤਾਂ ਇਹੀ ਗੱਲ ਆਉਂਦੀ ਹੈ। ਇਹ ਗੱਲ ਜਿਹੜੀ ਕਹਾਵਤ ਆ ਨਾ ਜੀ ਕਿ ਇਹ ਕਾਨੂੰਨ ਜਿਹੜਾ ਹੈਗਾ ਇੱਕ ਅਜਿਹਾ ਜਾਲਾ ਹੈ ਜਿਹੜਾ ਮੱਕੜੀ ਨੂੰ ਤਾਂ ਫਸਾਉਂਦਾ ਜਾਲ 'ਚ, ਮੱਛਰ ਤਾਂ ਫਸਦੇ ਨੇ ਇਹ 'ਚ, ਤੇ ਹਾਥੀ ਜਿਹੜਾ ਉਹ ਤੋੜ ਕੇ ਲੰਘ ਜਾਂਦਾ ਹੈ। ਹਾਥੀ ਦੇ ਉੱਤੇ ਜਾਲੇ ਦਾ ਕੋਈ ਅਸਰ ਨਹੀਂ। ਸੋ ਸਾਡੇ ਆਮ ਲੋਕ ਜਿਹੜੇ ਨੇ ਉਹ ਤਾਂ ਵਿਚਾਰੇ ਮੱਛਰ ਦੀ ਤਰ੍ਹਾਂ, ਮੱਕੜੀ ਦੀ ਤਰ੍ਹਾਂ, ਤੇ ਇਹ ਹਾਥੀ ਨੇ ਬਾਦਲ ਕੇ। ਸੁਮੇਧ ਸੈਣੀ ਐਡਾ ਵੱਡਾ ਹਾਥੀ ਹੈ ਜਿਹੜਾ ਕਾਨੂੰਨਾਂ ਨੂੰ ਤੋੜ ਕੇ ਲੰਘ ਜਾਂਦੇ ਆ। ਉਮਰਾਂ ਨੰਗਲ ਵਰਗੇ ਸਾਰੇ, ਮਨਤਾਰ ਬਰਾੜ ਹੋ ਰਹੀ, ਸੁਖਵੀਰ ਹੋ ਰਹੀ, ਇਹਨਾਂ ਦੇ ਲਈ ਨਹੀਂ। ਔਰ ਇਹ ਚਾਹੁੰਦੇ ਸੀਗੇ ਕਿ ਛੋਟੇ ਛੋਟੇ ਮੱਛਰਾਂ ਨੂੰ ਫਸਾ ਦਈਏ, ਜਿਹੜੇ ਮਤਲਬ ਹੇਠਲੇ ਪੱਧਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਫਸਾ ਦਈਏ, ਫਿਰ ਤਾਂ ਠੀਕ ਹੈ। ਫਿਰ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਕਹਿੰਦੇ ਵੀ ਤੈਨੂੰ ਸਪੋਰਟ ਵੀ ਕਰ ਦਾਂਗੇ, ਨਾਲ ਲੱਗਾਂਗੇ ਤੇਰੇ, ਜਿਹੜੇ ਉਹਨਾਂ ਦੇ ਸਿੱਟ ਵਾਲੇ ਵੀ ਸੀ ਉਹ ਵੀ, ਹੋਰ ਵੀ। ਪਰ ਉਹਨੇ ਵੱਡੇ ਹਾਥੀਆਂ ਨਾਲ ਮੱਥਾ ਲਾ ਲਿਆ ਵੀ ਨਹੀਂ ਯਾਰ, ਕਾਨੂੰਨ ਤੁਹਾਡੇ ਵੀ ਗਲ 'ਚ ਪਾਊਗਾ ਫੰਦਾ। ਤਾਂ ਇਸ ਲਈ ਉਹ ਦੇਖ ਲਓ ਇਹ ਹਸਰ ਹੋਇਆ ਵੀ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ। ਠੀਕ ਹੈ, ਵੈਸੇ ਇਹ ਘਟਨਾ ਨੂੰ ਆਪਾਂ ਮੰਦਭਾਗੀ ਕਹਿਣਾ ਕਿ ਖਾਰਜ ਹੋਈ, ਹਾਈ ਕੋਰਟ ਨੇ ਖਾਰਜ ਕੀਤਾ। ਤੁਹਾਨੂੰ ਹੁਣ ਕੀ ਲੱਗਦਾ, ਹੁਣ ਕੀ ਪਲੈਨਿੰਗ ਹੋਊਗੀ ਆਉਣ ਵਾਲੇ ਸਮੇਂ 'ਚ ਸਰਕਾਰ ਦੀ, ਵੀ ਹੁਣ ਹੋਰ ਸਿੱਟ ਬਣੂ ਕੋਈ? ਸਰਕਾਰ ਤਾਂ ਜੀ ਭਾਵੇਂ ਸਿੱਟ ਬਣਾਵੇ, ਕੁਝ ਵੀ ਕਰੇ, ਪਲੈਨਿੰਗ ਤਾਂ ਉਹਨਾਂ ਦੀ ਹੋਊਗੀ ਸਰਕਾਰ ਦੀ ਕਿ 2022 ਦੇ ਵਿੱਚ ਵੋਟਾਂ ਕਿਵੇਂ ਲਈਆਂ ਜਾਣ। ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਫੇਰ ਹਾਇਰ ਕਰ ਲਿਆ, ਲੋਕਾਂ ਨੂੰ ਉੱਲੂ ਬਣਾਉਣ ਵਾਸਤੇ, ਲੋਕਾਂ ਨੂੰ ਮਤਲਬ ਵੀ ਇਸ ਤਰ੍ਹਾਂ ਮੂਰਖ ਬਣਾਉਣ ਵਾਸਤੇ ਕਹਿ ਲਓ ਵੀ ਵਾਰ-ਵਾਰ ਲੋਕਾਂ ਨੂੰ ਵਾਅਦੇ ਕਿਵੇਂ ਬਣਾਏ ਜਾਣ, ਨਾਅਰੇ ਕਿਵੇਂ ਲਾਏ ਜਾਣ। ਇਸ ਤਰ੍ਹਾਂ ਦੇ ਨਾਅਰਿਆਂ ਵਾਸਤੇ ਉਹਨੂੰ ਅਰਬਾਂ ਰੁਪਈਆ ਫੂਕ ਦਿੰਦੇ ਆ ਇਹ। ਤੇ ਇਸ ਤਰੀਕੇ ਨਾਲ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਵੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ, ਦੇਖੋ ਇਹ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਸੌਦਾ ਸਾਧ ਦੇ ਚੇਲਿਆਂ ਨੇ ਬੇਅਦਬੀ ਕੀਤੀ, ਬਾਦਲ ਕਿਆਂ ਨੇ ਉਹਨਾਂ ਦੀ ਪੁਸਤ ਪਨਾਹੀ ਕੀਤੀ ਤੇ ਇਨਸਾਫ ਮੰਗਣ ਵਾਲਿਆਂ ਦੇ ਗੋਲੀਆਂ ਮਾਰੀਆਂ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਉਹ ਗੋਲੀਆਂ ਚਲਾਉਣ ਵਾਲੇ ਤੇ ਬੇਅਦਬੀ ਕਰਨ ਵਾਲਿਆਂ ਦੀ ਪੁਸਤ ਪਨਾਹੀ ਕੀਤੀ ਹੈ। ਤੇ ਸਾਨੂੰ ਹੁਣ ਸਮਝਣਾ ਪਊਗਾ ਵੀ ਇਹੋ ਜਿਹੇ ਧਿਰਾਂ ਤੋਂ ਬਚ ਕੇ ਅਸੀਂ ਜਿਹੜੇ ਖਾਸ ਤੌਰ ਤੇ ਆਮ ਲੋਕ ਨੇ, ਸਾਡੇ ਨੌਜਵਾਨ ਨੇ, ਪੰਥ ਪੰਜਾਬ ਨੂੰ, ਮਨੁੱਖਤਾ ਨੂੰ, ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਸਮਰਪਿਤ ਨੇ, ਉਹ ਜਿੰਨਾ ਚਿਰ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਸਮਾਂ ਜਿਹੜਾ ਸਮਾਜ ਦਾ ਭਲਾ ਉਹ ਨਹੀਂ ਹੋ ਸਕਦਾ। ਮਾਝੀ ਸਾਹਿਬ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੂਲਕਾ ਸਾਹਿਬ ਤੇ ਇੱਕ ਨਿਸ਼ਾਨਾ ਲਾਇਆ, ਕਿਹਾ ਕਿ ਫੂਲਕਾ ਸਾਹਿਬ ਨੇ ਵੀ ਪੂਰਾ ਸਾਥ ਨਹੀਂ ਦਿੱਤਾ। ਕਿਵੇਂ ਦੇਖਦੇ ਹੋ ਵੀ ਕਿਵੇਂ ਸਾਥ ਨਹੀਂ ਦਿੱਤਾ ਫੂਲਕਾ ਸਾਹਿਬ ਨੇ? ਅਮਨ ਜੀ, ਇਹ ਤੁਹਾਡਾ ਬਹੁਤ ਮਹੱਤਵਪੂਰਨ ਸਵਾਲ ਹੈ ਤੇ ਇਹਨੂੰ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹਦੇ ਉੱਤੇ ਹਰ ਇਨਸਾਨ ਅੱਜ ਮਾਣ ਕਰ ਰਿਹਾ, ਉਹਨਾਂ ਦੇ ਅੰਦਰ ਇੱਛਾ ਸੀ ਕਿ ਫੂਲਕਾ ਸਾਹਿਬ ਜਿਹੜੇ ਨੇ ਉਹ ਕੇਸ ਲੜਨ ਆ ਕੇ ਹਾਈ ਕੋਰਟ ਦੇ ਵਿੱਚ ਲੜਨ, ਇਸ ਤਰ੍ਹਾਂ ਦੀ ਗੱਲ ਸੀਗੀ। ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਫਿਰ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਗੱਲ ਕਹਿੰਦੇ ਨੇ ਕਿ ਫੂਲਕਾ ਸਾਹਿਬ ਨੇ ਜਿਹੜਾ ਵਕੀਲ ਭੇਜਿਆ, ਉਹ ਵਕੀਲ ਜਿਹੜਾ ਸੀਗਾ ਉਹ ਦੋਸ਼ੀਆਂ ਦੇ ਹੱਕ ਵਿੱਚ ਹੀ ਭੁਗਤਦਾ ਰਿਹਾ। ਤੇ ਮੈਂ ਜੇ ਉਸ ਵਕੀਲ ਦਾ ਨਾਮ ਲਵਾਂ ਤਾਂ ਮੈਨੂੰ ਲੱਗਦਾ ਹੈ ਇਹ ਗੱਲ ਕਿਸੇ ਦੇ ਵੀ ਗਲੇ ਤੋਂ ਹੇਠਾਂ ਨਹੀਂ ਉਤਰੂਗੀ। ਉਹ ਵਕੀਲ ਨੇ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਸਰਦਾਰ ਰਾਜਵਿੰਦਰ ਸਿੰਘ ਬੈਂਸ, ਜਿਨ੍ਹਾਂ ਦੇ ਪਿਓ ਵੀ, ਪਿਤਾ ਜੀ ਵੀ ਤੇ ਆਪ ਵੀ ਮਨੁੱਖੀ ਅਧਿਕਾਰਾਂ ਦੀ ਹਮੇਸ਼ਾ ਆਵਾਜ਼ ਬੁਲੰਦ ਕਰਦੇ ਨੇ ਤੇ ਮਨੁੱਖੀ ਅਧਿਕਾਰਾਂ ਦੇ ਉੱਤੇ ਕੰਮ ਕਰਦੇ ਨੇ। ਵੱਡੇ ਵੱਡੇ ਕੇਸ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਉਹ ਕੇਸ ਉਹ ਲੜਦੇ ਹੈ ਤੇ ਇਹਨਾਂ ਦੀ ਇਹ ਇੱਕੋ ਹੀ ਟੀਮ ਹੈ। ਮਤਲਬ ਇਹ ਇੱਦਾਂ ਦੇ ਕੇਸ ਜਦੋਂ ਸੁਪਰੀਮ ਕੋਰਟ ਵਿੱਚ ਜਾਂਦੇ ਨੇ ਤਾਂ ਉਹ ਫੂਲਕਾ ਸਾਹਿਬ ਲੜਦੇ ਨੇ, ਹਾਈ ਕੋਰਟ ਵਿੱਚ ਇਹ ਲੜਦੇ ਨੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਸਨਮਾਨਯੋਗ ਨੇ, ਪਰ ਜਿਹੜੀਆਂ ਇਹ ਜਾਂਚਾਂ ਚੱਲੀਆਂ, ਜਿਹੜੀਆਂ ਇਹ ਟੀਮਾਂ ਬਣੀਆਂ, ਇਹ ਤਾਂ ਮਤਲਬ ਐਂ ਕਹਿ ਲਓ ਵੀ ਇਹ ਕੁਛ ਨਹੀਂ ਸੀ ਸਾਹਮਣੇ ਆਉਣਾ।
ਭਾਵੇਂ ਇਹ ਅਦਾਲਤਾਂ ਤੋਂ ਬਚ ਗਏ ਪਰ ਲੋਕਾਂ ਦੀ ਕਚਹਿਰੀ 'ਚ ਤਾਂ ਨੰਗੇ ਹੋ ਹੀ ਗਏ ਨਾ ਬਦਲ ਕੇ। ਇਹਦਾ ਕਾਰਨ ਇਹ ਹੈ ਕਿ ਜੇ ਸਰਦਾਰ HS ਫੂਲਕਾ ਅਕਤੂਬਰ 2015 ਦੇ ਵਿੱਚ ਭੂਮਿਕਾ ਨਾ ਨਿਭਾਉਂਦੇ ਤਾਂ ਇੱਕ ਏਡਾ ਵੱਡਾ ਧੱਬਾ ਬਾਦਲ ਕਿਆਂ ਨੇ ਲਗਾ ਦੇਣਾ ਸੀ ਪੂਰੀ ਸਿੱਖ ਕੌਮ ਦੇ ਉੱਪਰ ਕਿ ਉਹਨਾਂ ਨੇ ਤਾਂ ਪ੍ਰੈਸ ਮਸਲਾ ਹੱਲ ਕਰਤਾ ਸੀਗਾ ਸਾਰਾ। ਜਦੋਂ IG ਇਕਬਾਲ ਸਿੰਘ ਸੋਹਤਾ ਨੇ ਪ੍ਰੈਸ ਕਾਨਫਰੰਸ ਕੀਤੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਨਾਲ ਬੈਠ ਕੇ, ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ ਲੱਭ ਲਏ 5 ਗਰਾਈਂ ਦੇ 2 ਨੌਜਵਾਨ। ਸੁਖਬੀਰ ਨੇ ਉਸ ਵਕਤ ਨਾਢਾ ਸਾਹਿਬ ਗੁਰਦੁਆਰੇ ਮੱਥਾ ਟੇਕਿਆ, ਸ਼ੁਕਰਾਨਾ ਕੀਤਾ, ਬਹੁਤ ਡਰਾਮਾ ਕੀਤਾ ਸੀਗਾ। ਤਾਂ ਉਹਨਾਂ ਦੋਨਾਂ ਨੌਜਵਾਨਾਂ ਨੂੰ ਕੁੱਟਿਆ ਗਿਆ, ਤਸ਼ੱਦਦ ਕੀਤਾ ਗਿਆ ਬੁਰੀ ਤਰ੍ਹਾਂ। ਤਾਂ ਉਹ ਇਸ ਗੱਲ ਦਾ ਪਤਾ ਜਦੋਂ ਫੂਲਕਾ ਸਾਹਿਬ ਨੂੰ ਲੱਗਦਾ, ਉਹ 22 ਅਕਤੂਬਰ 2015 ਨੂੰ 5 ਗਰਾਈਂ ਦੀ ਪੰਚਾਇਤ ਨਾਲ ਰਾਬਤਾ ਕਰਦੇ ਨੇ, ਉੱਥੇ ਜਾ ਕੇ ਸਾਰੀ ਪੈਰਵਾਈ ਕਰਦੇ ਨੇ। ਤਾਂ ਉਹ ਪੈਰਵਾਈ ਕਰਕੇ ਉਹਨਾਂ ਨੌਜਵਾਨਾਂ ਨੂੰ ਬਚਾਇਆ ਜਾਂਦਾ। ਉਹ ਨੌਜਵਾਨ ਜਦੋਂ ਬਾਹਰ ਨਿਕਲਦੇ ਨੇ ਤਾਂ ਉਹ ਇਹ ਕਹਿੰਦੇ ਨੇ ਕਿ ਸਾਡੇ ਤੇ ਤਸ਼ੱਦਦ ਹੋਇਆ ਤਾਂ ਸਾਫ਼ ਦਿਖ ਰਿਹਾ ਸੀ। ਤੇ ਉਹਨਾਂ ਨੇ ਇੱਥੋਂ ਤੱਕ ਦੱਸਿਆ ਕਿ ਸਾਨੂੰ ਖਾਲੀ ਚੈੱਕ ਦਿੰਦੇ ਸੀਗੇ, ਖਾਲੀ ਚੈੱਕ ਦੇ ਕੇ ਇਹ ਕਹਿੰਦੇ ਸੀ ਜਿੰਨੇ ਮਰਜ਼ੀ ਪੈਸੇ ਭਰ ਲਓ, ਪਰ ਇਹ ਕਹਿ ਦਿਓ ਬੇਅਦਬੀ ਅਸੀਂ ਕੀਤੀ ਹੈ ਤੇ ਸਿੱਖ ਪ੍ਰਚਾਰਕਾਂ ਦੇ ਕਹਿਣ ਤੇ ਕੀਤੀ ਹੈ। ਉਹਦੇ 'ਚ ਮਤਲਬ ਇਹ ਐਡਾ ਵੱਡਾ ਕਲੰਕ ਲਾਇਆ ਜਾ ਰਿਹਾ ਸੀ ਵੀ ਇਹ ਸਿੱਖ ਕਿਹੋ ਜਿਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਆਪ ਕਰਦੇ ਨੇ, ਪੰਨੇ ਆਪ ਪਾੜਦੇ ਨੇ ਤੇ ਆਪ ਹੀ ਧਰਨੇ ਲਾਉਂਦੇ ਨੇ, ਆਪ ਹੀ ਮਾਹੌਲ ਖਰਾਬ ਕਰਦੇ ਨੇ ਤੇ ਆਪ ਹੀ ਫਿਰ ਇਨਸਾਫ ਮੰਗਦੇ ਨੇ। ਸੋ ਮੈਂ ਕਹਿੰਦਾ ਇਹ ਐਡਾ ਵੱਡਾ ਧੱਬਾ ਜਿਹੜਾ ਸਾਤੋਂ ਕਦੇ ਧੋਇਆ ਨਹੀਂ ਸੀ ਜਾਣਾ ਕੌਮ ਤੋਂ, ਇਹਨੂੰ ਮਹਿਸੂਸ ਕਰਕੇ ਵੇਖੋ। ਅੱਜ ਸਾਨੂੰ ਗੱਲ ਉਹ ਹਲਕੀ ਲੱਗਣ ਲੱਗ ਗਈ। ਇਹ ਬਹੁਤ ਵੱਡੀ ਗੱਲ ਹੈ। ਉਸ ਵਕਤ ਜਿਹੜੀ ਉਹਨਾਂ ਨੇ ਭੂਮਿਕਾ ਨਿਭਾਈ ਤੇ ਪੂਰੀ ਕੌਮ ਜਿਹੜੀ ਹੈ ਉਹ ਰਿਣੀ ਰਹੂਗੀ। 2015 ਦੇ ਵਿੱਚ ਜੇ ਕੋਈ ਸਭ ਤੋਂ ਵਧੀਆ ਭੂਮਿਕਾ ਨਿਭਾਈ ਉਹ ਫੂਲਕਾ ਸਾਹਿਬ ਨੇ ਨਿਭਾਈ। ਉਸ ਤੋਂ ਬਾਅਦ ਜਿਹੜੀ ਚੰਗੀ ਭੂਮਿਕਾ ਨਿਭਾਈ ਜਿਹਦੇ ਤੇ ਆਪਾਂ ਸਾਰੇ ਮਾਣ ਕਰਦੇ ਹਾਂ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਿਭਾਈ। ਤੇ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਆ ਕਈ ਵਾਰੀ ਲੜਨ ਦੇ, ਪਰ ਸਾਡੇ ਇਹਨਾਂ ਸਤਿਕਾਰਯੋਗ ਸੱਜਣਾਂ ਨੂੰ ਆਪਸ 'ਚ ਬਿਲਕੁਲ ਉਲਝਣਾ ਨਹੀਂ ਚਾਹੀਦਾ। ਫੋਕਸ ਜਿਹੜਾ ਸਾਨੂੰ ਮੁਲਜ਼ਮਾਂ ਦੇ ਉੱਤੇ ਰੱਖਣਾ ਚਾਹੀਦਾ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ 'ਚ ਖੜੇ ਕਰੀਏ। ਆਪਸ ਦੇ ਵਿੱਚ ਤਰੀਕਿਆਂ 'ਚ ਫਰਕ ਹੁੰਦਾ, ਉਹ ਕੋਈ ਐਡੀ ਵੱਡੀ ਗੱਲ ਹੈ ਨਹੀਂ ਜੀ। ਵੈਸੇ ਫੂਲਕਾ ਸਾਹਿਬ ਨੇ ਇੱਕ ਇਹ ਵੀ ਗੱਲ ਕਹੀ ਆ ਕਿ ਤੁਹਾਡਾ ਨਾਮ ਹਰਜਿੰਦਰ ਸਿੰਘ ਮਾਝੀ, ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਇਹਨਾਂ ਤੇ ਇਲਜ਼ਾਮ ਲਾਉਣ ਦਾ ਮਤਲਬ ਪਲੈਨਿੰਗ ਸੀ ਪੂਰੀ, ਇਹਨਾਂ ਨੂੰ ਫਸਾਇਆ ਜਾ ਰਿਹਾ ਸੀ। ਇਹ ਗੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ ਅਮਨ ਜੀ, ਉਹੀ ਗੱਲ ਮੈਂ ਦੱਸ ਰਿਹਾ ਵੀ ਇਹੀ ਸੀ ਪਲੈਨਿੰਗ। ਉਹ ਕਹਿੰਦੇ ਉਹਨਾਂ ਨੂੰ ਨੌਜਵਾਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਮੰਨੋ ਨਾ ਪ੍ਰਚਾਰਕਾਂ ਦੇ ਕਹਿਣ ਤੇ ਅਸੀਂ ਬੇਅਦਬੀ ਕੀਤੀ ਹੈ, ਤੁਹਾਡੀਆਂ ਤਾਰਾਂ ਵੀ ਜੁੜਦੀਆਂ, ਤਾਰਾਂ ਜੋੜਤੀਆਂ, ਦੁਬਈ ਤੋਂ ਪੈਸੇ ਆਏ ਨੇ, ਆਏ ਉਹ ਆਏ, ਉਹ ਸਾਰਾ ਫਰਾਡ ਸੀਗਾ, ਸਾਰਾ ਛੜਯੰਤਰ ਜਿਹੜਾ ਇਹਨਾਂ ਨੇ ਰਚਿਆ ਸੀਗਾ ਉਹ ਸਾਰਾ ਸਾਫ਼ ਹੋ ਗਿਆ, ਪਤਾ ਲੱਗ ਗਿਆ। ਸੋ ਉਹਦੇ ਵਿੱਚ ਜਿਹੜੀ ਭੂਮਿਕਾ ਸੀ ਉਹ ਫੂਲਕਾ ਸਾਹਿਬ ਦੀ ਸੀਗੀ। ਇਸ ਲਈ ਮੈਂ ਤਾਂ ਦਿਲੋਂ ਸਲੂਟ ਵੀ ਕਰਦਾ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਤੇ ਮੈਂ ਇਸੇ ਕਰਕੇ ਕਦਰ ਕਰਦਾ। ਔਰ ਪਰਸਨਲ ਠੀਕ ਹੈ, ਮੈਂ ਕਹਿੰਦਾ ਵੀ ਕਈ ਵਾਰ ਗੱਲਾਂ 'ਚ ਵਿਚਾਰਧਾਰਕ ਵਖਰੇਵੇਂ ਹੁੰਦੇ ਆ ਤਾਂ ਸਾਨੂੰ, ਪਰ ਜਿਹੜਾ ਇਹ ਮਸਲਾ ਹੈ ਇਹਦੇ ਤੇ ਸਾਨੂੰ ਬਿਲਕੁਲ ਇੱਕ ਦੂਜੇ ਨਾਲ ਡਟ ਕੇ ਖੜਨਾ ਪਊਗਾ ਤੇ ਆਪਸ ਦੇ ਵਿੱਚ ਝਗੜਨ ਤੋਂ ਬਚਣਾ ਪਊਗਾ। ਐਦਾਂ ਨਾ ਹੋਵੇ ਵੀ ਅਸੀਂ ਆਪਸ 'ਚ ਕੁੱਕੜ ਖੇ ਉਡਾਈਏ ਤੇ ਬਾਦਲ ਕੇ ਤਾੜੀਆਂ ਮਾਰਨ। ਹੁਣ ਸਾਡਾ ਜਿਹੜਾ ਕੰਮ ਹੈ ਅਸੀਂ ਲੋਕਾਂ ਦੀ ਕਚਹਿਰੀ 'ਚ, ਅਸੀਂ ਤਾਂ ਦਰਬਾਰੇ ਖਾਲਸਾ ਵੱਲੋਂ ਜਿੰਨੇ ਪ੍ਰਚਾਰਕਾਂ ਯਤਨ ਕਰਦੇ ਹਾਂ ਲੋਕਾਂ ਦੀ ਕਚਹਿਰੀ 'ਚ ਇਹਨਾਂ ਨੂੰ ਨੰਗਾ ਕਰਨ ਦਾ, ਦੀਵਾਨਾਂ ਦੇ ਵਿੱਚ ਵੀ, ਤੇ ਉਹ ਵੀ ਅਸੀਂ ਕਰਦੇ ਰਹਾਂਗੇ। ਤੇ ਬਾਕੀ ਜਿਵੇਂ ਹੋਊਗਾ ਸਾਨੂੰ ਇੱਕ ਮੁੱਠਤਾ ਦੇ ਨਾਲ ਜਿਹੜੇ ਇੱਕ ਦੋਸ਼ੀ ਨੇ, ਇੱਕ ਜਿਹੜੇ ਨੇ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਲਈ ਯਤਨਸ਼ੀਲ ਨੇ, ਉਹਨਾਂ ਦੇ ਤਰੀਕੇ ਵੱਖੋ ਵੱਖ ਹੋ ਸਕਦੇ ਆ ਜੀ। ਪੂਰੀ ਦੁਨੀਆ ਦੇ ਸਿੱਖ ਕਹਿ ਰਹੇ ਨੇ ਕਿ ਇਨਸਾਫ ਮਿਲੇ, ਕੀ ਸੁਝਾਅ ਦੇਵੋਗੇ ਪੰਜਾਬ ਸਰਕਾਰ ਨੂੰ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਪੰਜਾਬ 'ਚ, ਕੀ ਕਹੋਗੇ? ਕੈਪਟਨ ਨੂੰ ਮੈਂ ਤਾਂ ਇਹ ਕਹੂੰਗਾ ਜੇ ਰੰਚਕ ਮਾਤਰ ਵੀ ਅੰਦਰ ਇਮਾਨਦਾਰੀ ਹੈ ਤਾਂ ਪਹਿਲਾਂ ਤਾਂ ਜਿਹੜੀ ਸਿੱਟ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਬਾਕੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਕਰਿਆ ਕੀ ਹੈ। ਉਹਨਾਂ ਦੇ ਉੱਤੇ ਸਾਰੀ ਕਾਰਵਾਈ ਹੋਵੇ ਵੀ ਤੁਸੀਂ ਪੈਸਾ ਸਰਕਾਰੀ ਐਸ਼ੋ ਇਸ਼ਰਤ ਕਰਨ ਵਾਸਤੇ ਸੀਗਾ ਸਾਰਾ ਪੈਸਾ। ਤੇ ਦੂਜਾ ਜਿਹੜੀ ਇਹਨਾਂ ਦੀ ਲੀਗਲ ਟੀਮ ਹੈ ਉਹਨਾਂ ਦੇ ਸਖਤ ਕਾਰਵਾਈ ਕਰਨ ਵੀ ਕਿਉਂ ਤੁਸੀਂ ਕਰਤੂਤਾਂ ਖੰਡਾਈਆਂ, ਇਹ ਕਿਉਂ ਨਹੀਂ ਤੁਸੀਂ ਵਕਤ ਸਿਰ ਪੇਸ਼ ਹੁੰਦੇ ਰਹੇ, ਪੈਸੇ ਤੁਸੀਂ ਲੈਂਦੇ ਰਹੇ ਹੋ। ਤਾਂ ਇਹ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਤੇ ਜਿਹੜਾ ਸੋਹਣੇ ਢੰਗ ਨਾਲ ਬਾਕੀ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਮੈਰਿਟ ਦੇ ਆਧਾਰ ਤੇ ਜਿਹੜਾ ਕੰਮ ਹੋਵੇ ਵੀ ਹੁਣ ਕੀ ਕਰਨਾ ਚਾਹੀਦਾ, ਇਹ ਮਾਹਰਾਂ ਨਾਲ ਗੱਲਬਾਤ ਕਰਕੇ ਅਗਲੀ ਤੈਅ ਕਰਨ, ਨਹੀਂ ਤਾਂ ਲੋਕ ਮਾਫ ਨਹੀਂ ਕਰਨਗੇ। ਸੋ ਇਹ ਸਨ ਦਰਬਾਰੇ ਖਾਲਸਾ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੂਰਾ ਇਨਸਾਫ ਦੇਣਾ ਚਾਹੀਦਾ ਸਿੱਖਾਂ ਨੂੰ, ਕਿਉਂਕਿ ਸਿੱਖ ਚਾਹੁੰਦੇ ਨੇ ਕਿ ਇਨਸਾਫ ਮਿਲੇ, ਉਹ ਚਿਹਰਾ ਸਾਹਮਣੇ ਆਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪੰਨਿਆਂ ਦੀ ਬੇਅਦਬੀ ਕੀਤੀ। ਕਰਨ ਤੇਜੇ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।